ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਰਾਗ ਸ੍ਰੀ ਰਾਗ ਮਹਿਲਾ ਪੰਜਵਾਂ, ਘਰ ਪਹਿਲਾ, ਅਸ਼ਟਪਦੀਆਂ। ਜਾ ਕੋ ਮੁਸ਼ਕਲ ਅਤ ਬਨੇ, ਟੋਈ ਕੋਈ ਨਾ ਦੇਈ। ਜਾ ਕੋ ਮੁਸ਼ਕਲ ਅਤ ਬਨੇ, ਟੋਈ ਕੋਈ ਨਾ ਦੇਈ। ਲਾਗੂ ਹੋਏ ਦੁਸ਼ਮਨਾ, ਸਾਕ ਪਿਪਜੇ ਖਲੇ। ਸਭੋ ਭਜੇ ਆਸਰਾ, ਚੁਕੇ ਸਭ ਅਸਰਾਓ। ਚਿਤ ਆਵੇ ਉਸ ਪਾਰ ਬ੍ਰਹਮ, ਲਗੇ ਨਾ ਤਤੀ ਵਾਓ। ਰਾਧਾ ਰਾਧਾ। ਇਹ ਬਾਣੀ ਹਜ਼ੂਰ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹੈ। ਸਾਰੇ ਸੰਸਾਰ ਦਾ ਹੀ ਹਾਲ ਉਹ ਜਾਣਦੇ ਨੇ। ਸਤਿਗੁਰਾਂ ਨੇ ਬਾਣੀ 'ਚ ਕਈ ਜਗ੍ਹਾ ਫਰਮਾਇਆ ਕਿ ਨਾਨਕ ਦੁਖੀਆ ਸਭ ਸੰਸਾਰ। ਜਿੱਥੋਂ ਤੱਕ ਵੀ ਨਜ਼ਰ ਜਾਂਦੀ ਹੈ ਕੋਈ ਨਾ ਕੋਈ ਦੁੱਖ ਹਰ ਇੱਕ ਨੂੰ ਕੋਈ ਨਾ ਕੋਈ ਚੰਬੜਿਆ ਲੱਗਾ ਪਿਆ ਹੈ। ਲੇਕਿਨ ਐਸਾ ਨਹੀਂ, ਕੋਈ ਵੀ ਚੀਜ਼ ਐਸੀ ਨਹੀਂ ਕਿ ਜਿਹਦਾ ਹੱਲ ਨਹੀਂ ਹੈਗਾ। ਹਾਂ, ਇਹ ਵੱਖਰੀ ਗੱਲ ਹੈ ਕਿ ਸਾਨੂੰ ਉਹਦਾ ਪਤਾ ਨਾ ਲੱਗੇ, ਸਾਨੂੰ ਉਹ ਚੀਜ਼ ਮਿਲੇ ਨਾ ਅਤੇ ਅਸੀਂ ਦੁਖੀ ਰਹੀਏ, ਉਹ ਇੱਕ ਅਲੱਗ ਗੱਲ ਹੈ। ਪਰ ਪਰਮਾਤਮਾ ਨੇ ਹਰ ਚੀਜ਼ ਦਾ ਜਿਹੜਾ ਹੱਲ ਜਿਹੜਾ ਹੈ ਉਹ ਦੱਸਿਆ ਹੈ। ਇਹ ਕੁਦਰਤ ਦੇ ਵਿੱਚ ਹੀ ਸਾਰੇ ਗੁਣ ਜਿਹੜੇ ਨੇ ਉਹ ਸਮੇਟੇ ਪਏ ਨੇ। ਪਰ ਇਸ ਚੀਜ਼ ਨੂੰ ਸਮਝਣਾ, ਜਿਸ ਤਰ੍ਹਾਂ ਅਸੀਂ ਸੰਸਾਰੀ ਤੌਰ ਦੇ ਉੱਤੇ ਕੋਈ ਵੀ ਕੰਮਕਾਰ ਕਰਦੇ ਹਾਂ, ਪੜ੍ਹਾਈਆਂ ਲਿਖਾਈਆਂ ਕਰਦੇ ਹਾਂ, ਅਤੇ ਉਸ ਟੀਚਰ ਤੋਂ ਬਗੈਰ, ਇੱਕ ਅਧਿਆਪਕ ਤੋਂ ਬਗੈਰ, ਗੁਰੂ ਤੋਂ ਬਗੈਰ ਉਹ ਸਮਝ ਨਹੀਂ ਲੱਗਦੀ ਕੁਛ ਵੀ। ਅਤੇ ਜਦੋਂ ਉਹ ਫਾਰਮੂਲੇ ਅਸੀਂ ਜਾਣ ਜਾਂਦੇ ਹਾਂ, ਪਤਾ ਚੱਲ ਜਾਂਦਾ ਹੈ, ਫਿਰ ਹਰ ਸਵਾਲ ਹੀ ਜਿਹੜਾ ਆਸਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਵੀ ਅੱਜ ਉਸੇ ਹੀ ਗੱਲ ਕਰ ਰਹੇ ਨੇ, ਉਸ ਮੁਸ਼ਕਿਲਾਂ ਦੀ, ਦੁੱਖਾਂ ਦੀ। ਕਿਉਂਕਿ ਸਾਡਾ ਬਹੁਤਾ ਸਮਾਂ ਜਿਹੜਾ ਹੈ ਜੀਵਨ ਦੇ ਵਿੱਚ ਇਹਨਾਂ ਮੁਸ਼ਕਿਲਾਂ ਦੇ ਹੱਲ ਲੱਭਦਿਆਂ ਹੀ ਲੰਘ ਜਾਂਦਾ ਹੈ। ਔਰ ਜਿਸ ਕੰਮ ਵਾਸਤੇ ਸਾਨੂੰ ਇਹ ਮਨੁੱਖਾਦੇਹੀ ਮਿਲੀ, ਜਿਸ ਵਾਸਤੇ ਸਾਨੂੰ ਇਹ ਟਾਈਮ ਮਿਲਿਆ ਸੀ, ਉਹ ਕੰਮ ਜਿਹੜਾ ਆ ਇਹਨਾਂ ਦੁੱਖਾਂ ਦੇ ਹੱਲ ਲੱਭਦਿਆਂ ਲੱਭਦਿਆਂ ਹੀ ਉਹ ਜਿਹੜਾ ਕੰਮ ਰਹਿ ਜਾਂਦਾ ਹੈ। ਉਧਰਲੇ ਪਾਸੇ ਕਾਲ ਜਿਹੜਾ ਹੈ ਸਾਡਾ ਧਿਆਨ ਹੀ ਨਹੀਂ ਜਾਣ ਦਿੰਦਾ ਉੱਧਰ। ਉਸ ਪੰਨਿਓਂ ਖਿਆਲ ਹੀ ਜਿਹੜਾ ਆ ਉਖੜਿਆ ਰਹਿੰਦਾ ਹੈ। ਔਰ ਜਦੋਂ ਇਹ ਸਭ ਕੁਛ ਕਰਦਿਆਂ ਕਰਾਉਂਦਿਆਂ ਜਦੋਂ ਟਾਈਮ ਆਉਂਦਾ ਹੈ, ਅਤੇ ਫਿਰ ਬੰਦਾ ਸੋਚਦਾ ਹੈ ਕਿ ਬਈ ਇਹਨਾਂ ਤੋਂ ਜਦੋਂ ਕੋਈ ਵੀ ਚੀਜ਼ ਇੰਨੀ ਦੁੱਖ ਦੇਣ ਵਾਲੀ ਨਹੀਂ ਸੀ ਹੈਗੀ, ਸਭ ਕੁਛ ਹੁਣ ਛੁੱਟ ਰਿਹਾ ਇੱਥੇ, ਅਤੇ ਹੁਣ ਮਤਲਬ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਉਸ ਚੀਜ਼ ਵਾਸਤੇ ਜਿਸ ਵਾਸਤੇ ਮੈਨੂੰ ਭੇਜਿਆ ਗਿਆ ਸੀ। ਇਸੇ ਤਰ੍ਹਾਂ ਕਈ ਤਰ੍ਹਾਂ ਦੇ ਰੰਗ ਤਮਾਸ਼ੇ ਕਾਲ ਨੇ ਲਾਏ ਨੇ। ਅਸਲ ਦੇ ਵਿੱਚ ਹੋਰ ਕੋਈ ਵੀ ਇਹਦਾ ਮਤਲਬ ਨਹੀਂ ਹੈ, ਸਿਰਫ ਅਤੇ ਸਿਰਫ ਇੱਕ ਸਾਡਾ ਜਿਹੜਾ ਕੀਮਤੀ ਟਾਈਮ ਜਿਹੜਾ ਖਰਾਬ ਕਰਨਾ। ਕਿਸੇ ਤਰੀਕੇ ਦੇ ਨਾਲ ਵੀ ਉਹਨੂੰ ਇਹ ਹੈ ਕਿ ਇਹਨਾਂ ਨੂੰ ਜਿਹੜਾ ਇਹ ਟਾਈਮ ਮਿਲਿਆ ਹੈ ਜਾਂ ਜਿਹੜੀ ਪੂੰਜੀ ਮਿਲੀ ਹੈ, ਜਿਸ ਤਰ੍ਹਾਂ ਅਸੀਂ ਸੰਸਾਰੀ ਤੌਰ ਦੇ ਉੱਤੇ ਕੋਈ ਅੱਛਾ ਧਨਾੜ ਕੋਈ ਪੁਰਸ਼ ਹੋਵੇ, ਉਹ ਆਪਣੇ ਬੱਚੇ ਨੂੰ ਕੋਈ ਆਪਣੀ ਰਾਸ ਦੇ ਕੇ, ਪੈਸੇ ਦੇ ਕੇ ਕਵੇ ਕਿ ਬਈ ਤੂੰ ਆਹ ਕੰਮ ਕਰ, ਤੂੰ ਆਹ ਪੜ੍ਹਾਈ ਲਿਖਾਈ ਕਰ ਲੈ, ਅੱਛੀ ਸਭ ਕੁਛ ਫੈਸਿਲਿਟੀਆਂ ਦੇਵੇ। ਉਹਦੀ ਕੋਈ ਸੰਗਤ ਉਹਨੂੰ ਐਸੀ ਮਿਲ ਜਾਏ, ਜਾਂ ਉਹਦਾ ਕੋਈ ਦੁਸ਼ਮਣ ਐਸਾ ਜਿਹੜਾ ਹੈ ਕਿ ਉਹਨੂੰ ਉਹਦਾ ਟਾਈਮ ਖਰਾਬ ਕਰਨ ਵਾਸਤੇ ਉਹਨੂੰ ਕਿਸੇ ਨਾ ਕਿਸੇ ਗਲਤ ਸੰਗਤ 'ਚ ਜਾਂ ਗਲਤ ਐਸੀਆਂ ਆਦਤਾਂ 'ਚ ਪਾ ਦਿੰਦਾ ਹੈ। ਅਤੇ ਉਹਨੂੰ ਪਤਾ ਹੁੰਦਾ ਹੈ ਕਿ ਬਸ ਜੀ ਗੱਲ ਤਾਂ ਇਹੋ ਹੀ ਹੈ ਕਿ ਇਹਦਾ ਟਾਈਮ ਇਹ ਖਰਾਬ ਹੋ ਜਾਵੇ, ਟਾਈਮ ਲੰਘ ਜਾਵੇ, ਅਤੇ ਫਿਰ ਪਤਾ ਹੀ ਹੈ ਕਿ ਅੱਗੇ ਤਾਂ ਕੁਛ ਬਣਨਾ ਹੀ ਨਹੀਂ। ਫਿਰ ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਫਰਮਾਇਆ ਕਿ
ਜੇ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਮੁਸ਼ਕਲਾਂ 'ਚ ਘਿਰੇ ਪਏ ਹਾਂ, ਮੁਸ਼ਕਲਾਂ 'ਚ ਬਹੁਤ ਜ਼ਿਆਦਾ ਅਸੀਂ ਘਿਰੇ ਪਏ ਹਾਂ, ਸਾਡਾ ਟਾਈਮ ਖਰਾਬ ਹੋ ਰਿਹਾ ਹੈ, ਸਾਡਾ ਮਨ ਸਤਿਗੁਰਾਂ ਦੇ ਬਚਨਾਂ ਵੱਲ ਨਹੀਂ ਲੱਗਦਾ, ਸਾਡਾ ਮਨ ਸਿਮਰਨ 'ਚ ਨਹੀਂ ਲੱਗਦਾ, ਧਿਆਨ ਨਹੀਂ ਬਣਦਾ, ਜਾਂ ਵੈਸੇ ਹੀ ਸਭ ਕੁਛ ਠੀਕ ਹੁੰਦਿਆਂ ਵੀ ਐਵੇਂ ਚਿੰਤਾ ਲੱਗੀ ਰਹਿੰਦੀ ਏ ਕਿਸੇ ਤਰ੍ਹਾਂ ਦੀ ਵੀ, ਅਤੇ ਉਹਦਾ ਹੱਲ ਦੱਸਿਆ ਏ ਕਿ ਬਈ ਹੱਲ ਉਹਦਾ ਇੱਕੋ ਹੀ ਹੈ। ਫਰਮਾਇਆ ਕਿ ਨਾਨਕ ਦੁਖੀਆ ਸਭ ਸੰਸਾਰ, ਹੈਗਾ ਕਿ ਸੋ ਸੁਖੀਆ ਜੋ ਨਾਮ ਆਧਾਰ। ਜੇ ਉਸ ਚੀਜ਼ ਦਾ ਆਧਾਰ ਬਣਾ ਲਈਏ ਅਤੇ ਫਿਰ ਉਹ ਕਹਿੰਦੇ ਕਿ ਬਈ ਇਹ ਚਿੰਤਾ ਜਿਹੜੀਆਂ ਨੇ ਮਿਟ ਸਕਦੀਆਂ ਨੇ, ਅਸੀਂ ਸੁਖੀ ਹੋ ਸਕਦੇ ਹਾਂ। ਪਰ ਸਭ ਕੁਛ ਜਾਣਦੇ ਹੋਏ ਵੀ, ਕਰਦੇ ਹੋਏ ਵੀ ਬੜੀ ਮੁਸ਼ਕਿਲ ਬਣ ਜਾਂਦੀ ਹੈ। ਅਤੇ ਅੱਜ ਸਤਿਗੁਰ ਫਿਰ ਉਸੇ ਚੀਜ਼ ਦਾ ਸਾਨੂੰ ਭਰੋਸਾ ਦਿਵਾ ਰਹੇ ਨੇ, ਕਿਉਂਕਿ ਥੋੜ੍ਹੇ ਸਮੇਂ 'ਤੇ ਹੀ ਅਸੀਂ ਦੇਖੀਏ ਕਿ ਮਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਕੋਈ ਚੀਜ਼ਾਂ ਉੱਠਦੀਆਂ ਨੇ। ਹੁਣ ਗੁਰੂ ਮਹਾਰਾਜ ਦੀ ਦੀਵਾਲੀ ਦਾ ਸਤਸੰਗ ਹੋਇਆ ਸੀ ਪਰਸੋਂ, ਬੜੀ ਵਧੀਆ, ਲੋਕ ਖੁਸ਼ੀਆਂ ਵੀ ਮਨਾਉਂਦੇ ਨੇ, ਕਈ ਕੁਛ ਕਰਦੇ ਨੇ, ਪਰ ਕਈ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦੇ ਉੱਤੇ, ਖੁਸ਼ੀ ਵੱਲ ਧਿਆਨ ਘੱਟ, ਅਤੇ ਫਿਰ ਵੀ ਕੋਈ ਨਾ ਕੋਈ ਐਸੀ ਅੜਚਨ ਆ ਜਾਂਦੀ ਹੈ ਕਿ ਸਾਰਾ ਧਿਆਨ ਹੀ ਉੱਧਰ ਚਲਾ ਜਾਂਦਾ ਹੈ। ਦੱਸਦੇ ਨੇ ਕਿ ਇਸ ਤਿਉਹਾਰਾਂ ਦੇ ਉੱਤੇ ਜਾਂ ਐਸੇ ਮੌਕਿਆਂ ਦੇ ਉੱਤੇ ਕਿ ਲੋਕ ਕਈ ਐਸੇ ਜਿਹੜੇ ਕਰਨ ਕਰਾਉਣ ਵਾਲੇ ਨੇ, ਹਰ ਇੱਕ ਚੀਜ਼ ਦਾ ਇੱਕ ਟਾਈਮ ਨੂੰ ਦੇਖ ਕੇ ਉਹ ਆਪਣਾ ਆਪਣਾ ਹਰ ਕੰਮ ਕਰਦਾ ਹੈ। ਪਰ ਸਤਿਗੁਰਾਂ ਨੇ ਤਾਂ ਸਾਨੂੰ ਇੱਕ ਐਸੀ ਚੀਜ਼ ਦਿੱਤੀ ਕਿ ਜਿਹੜਾ ਐਸੀ ਢਾਲ ਦਿੱਤੀ ਕਿ ਜੋ ਮਰਜ਼ੀ ਹੋਵੇ, ਕੁਛ ਵੀ ਦੁਨੀਆ 'ਚ ਹੋਵੇ, ਬਈ ਸਾਨੂੰ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ। ਪਰ ਕਈ ਵਾਰੀ ਥੋੜ੍ਹੀ ਜਿਹੀ ਹੈਰਾਨੀ ਵੀ ਹੁੰਦੀ ਹੈ ਕਿ ਸਤਿਗੁਰਾਂ ਦੇ ਨਾਮ ਲਿਆ ਬੱਚੇ ਜਾਂ ਕੁਛ ਵੀ ਹੈ, ਜਦੋਂ ਅਸੀਂ ਵੀ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਨਾ ਕਿ ਪੜ੍ਹੇ ਲਿਖੇ ਹੋ ਕੇ ਵੀ ਕਈ ਵਾਰੀ ਅਸੀਂ ਛੋਟੀਆਂ ਚੀਜ਼ਾਂ ਦੇ ਵਿੱਚ ਫਸ ਜਾਂਦੇ ਹਾਂ, ਅਤੇ ਅਸੀਂ ਕਈ ਵਾਰੀ ਦੇਖਣ ਵਾਲਾ ਕਹਿੰਦਾ ਹੈ ਕਿ ਬਈ ਤੁਹਾਨੂੰ ਤਾਂ ਇਸ ਹੱਲ ਦਾ ਪਤਾ ਹੈ, ਤੁਸੀਂ ਤਾਂ ਆਹ ਚੀਜ਼ ਪੜ੍ਹੀ ਹੈ, ਤੁਸੀਂ ਤਾਂ ਆਹ ਚੀਜ਼ ਜਾਣਦੇ ਹੋ, ਜਾਂ ਸਵਾਲ ਕੱਢਿਆ ਤੁਸੀਂ ਪਹਿਲਾਂ ਵੀ। ਅਤੇ ਜਦੋਂ ਪਤਾ ਚੱਲਦਾ ਹੈ ਕਿ ਬੱਚੇ ਫਿਰ ਵੀ ਗੁਰੂ ਮਹਾਰਾਜ ਦਾ ਸਤਸੰਗ ਸੁਣਦਿਆਂ ਹੋਇਆਂ, ਨਾਮ ਲੈ ਕੇ, ਫਿਰ ਵੀ ਸਾਨੂੰ ਉਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਜੋ ਆਮ ਸੰਸਾਰ ਦੀ ਹਾਲਤ ਹੈ, ਉਹੀ ਸਾਡੀ ਹਾਲਤ ਹੈ। ਕਿਉਂਕਿ ਹੁਣ ਵੀ ਇਸ ਤਰ੍ਹਾਂ ਹੋਇਆ, ਕੁਝ ਬੱਚਿਆਂ ਨੇ ਦੱਸਿਆ ਕਿ ਕਿਸੇ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਲੱਗਦਾ ਗੁਰੂ ਮਹਾਰਾਜ ਜੀ ਕਿਸੇ ਨੇ ਕੁਛ ਕਰ ਦਿੱਤਾ ਹੈ, ਦਿਵਾਲੀ ਵਾਲੇ ਦਿਨ ਸਾਡੇ ਘਰ ਦੇ ਵਿੱਚ ਆਹ ਚੀਜ਼ ਪਈ ਸੀ, ਆਹ ਚੀਜ਼ ਇਸ ਤਰ੍ਹਾਂ ਹੋਈ ਹੈ। ਮੈਨੂੰ ਹੁੰਦਾ ਕਿ ਉਹਨਾਂ ਨੂੰ ਵੀ ਦੱਸਿਆ ਕਿ ਬੇਟੇ ਕਿ ਸਾਨੂੰ ਕਾਹਦੀ ਚਿੰਤਾ ਹੈ, ਤੁਸੀਂ ਜਿਹੜਾ ਕੰਮ ਕਰਨ ਵਾਲਾ ਹੈ ਤੁਸੀਂ ਆਪਣਾ ਕੰਮ ਕਰੋ, ਧਿਆਨ ਹੀ ਨਹੀਂ ਲੱਗਦਾ ਉਸ ਚੀਜ਼ ਵੱਲ। ਹੁਣ ਬੈਠੇ ਉਹ ਜਿਹੜੇ ਵੀ ਕੋਈ ਬੱਚੇ ਨੇ ਦੱਸਿਆ, ਕਹਿੰਦੇ ਅਸੀਂ ਬੈਠੇ, ਅਸੀਂ ਗੁਰੂ ਮਹਾਰਾਜ ਜੀ ਦੀ, ਜਿਸ ਤਰ੍ਹਾਂ ਹੁਣ ਹਰ ਕੋਈ ਬੰਦਾ ਆਪਣੇ ਆਪਣੇ ਤਰੀਕੇ ਦੇ ਨਾਲ ਕੋਈ ਪੂਜਾ ਪਾਠ ਕਰਦਾ ਹੈ ਉਸ ਦਿਨ, ਅਤੇ ਪੂਜਾ ਆਪਣਾ ਜੋ ਵੀ ਆਪਾਂ ਕਰ ਰਹੇ ਹਾਂ ਕਿਸੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਧਿਆਨ 'ਚ ਬੈਠੇ ਹਾਂ, ਅਤੇ ਕਿਤੇ ਨਾ ਕਿਤੇ ਡਰ ਵੀ ਲੱਗਣ ਦਿਆ ਹੈ, ਮਨ 'ਚ ਡਰ ਵੀ ਹੈ। ਅਤੇ ਉਹ ਚੀਜ਼ਾਂ ਜਿਹੜੀਆਂ ਨੇ, ਫਿਰ ਫਾਇਦਾ ਕੀ ਉਹਨਾਂ ਚੀਜ਼ਾਂ ਦਾ, ਸਾਡਾ ਤਾਂ ਪੂਰਾ ਧਿਆਨ ਅਸੀਂ ਉਸ ਚੀਜ਼ ਵੱਲ ਸੋਚ ਰਹੇ ਹਾਂ, ਅਸੀਂ ਪੂਜਾ ਕਰਦੇ ਪਏ ਹਾਂ, ਅਸੀਂ ਗੁਰੂ ਮਹਾਰਾਜ ਦੇ ਹਾਜ਼ਰੀ 'ਚ ਬੈਠੇ ਹਾਂ, ਪਰ ਉਹ ਨਹੀਂ, ਹਾਜ਼ਰੀ ਪੂਰੀ ਨਹੀਂ ਬਣ ਰਹੀ, ਕਿਉਂਕਿ ਸਾਨੂੰ ਵਿਸ਼ਵਾਸ ਭਰੋਸਾ ਹੀ ਨਹੀਂ ਉਸ ਚੀਜ਼ ਦਾ। ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਫਰਮਾਇਆ ਅੱਜ ਹੈ ਕਿ ਜਾ ਕਉ ਮੁਸ਼ਕਿਲ ਅਤ ਬਣੇ, ਉਸ ਚੀਜ਼ ਦਾ ਹੌਸਲਾ ਦੇ ਰਹੇ ਨੇ ਅੱਜ ਫਿਰ ਕਿ ਘਬਰਾਈਏ ਨਾ ਕਿਸੇ ਚੀਜ਼ ਦੀ। ਸਾਨੂੰ ਸਤਿਗੁਰਾਂ ਨੇ ਐਸੀ ਢਾਲ ਦਿੱਤੀ ਹੈ, ਐਸਾ ਇੱਕ ਸ਼ਸਤਰ ਦਿੱਤਾ ਹੈ ਕਿ ਵੀ ਕੋਈ ਸਾਡੇ ਲਾਗੇ ਆ ਹੀ ਨਹੀਂ ਸਕਦਾ ਕੋਈ ਚੀਜ਼। ਪਰ ਇਹ ਆ ਕਿ ਅਸੀਂ ਸਭ ਹੀ ਉਹਨੂੰ ਭੁੱਲੇ ਬੈਠੇ ਹਾਂ, ਕਿਉਂਕਿ ਜਿਸ ਤਰ੍ਹਾਂ ਕਹਿੰਦਾ ਕਿ ਅਸੀਂ ਸਾਰੇ ਮੰਨਦੇ ਹਾਂ, ਗੁਰੂ ਨੂੰ ਮੰਨਦੇ ਹਾਂ, ਪਰ ਜਿਸ ਤਰ੍ਹਾਂ ਕਿਹਾ ਕਿ ਗੁਰੂ ਦੀ ਕੋਈ ਨਹੀਂ ਮੰਨਦਾ। ਗੁਰੂ ਨੂੰ ਸਾਰੇ ਹੀ ਕੋਈ ਨਾ ਕੋਈ ਮੰਨ ਰਿਹਾ, ਕਿਸੇ ਨਾ ਕਿਸੇ ਰੂਪ 'ਚ ਮੰਨ ਰਿਹਾ, ਪਰ ਕੋਈ ਵੀ ਗੁਰੂ ਦੀ ਮੰਨ ਨਹੀਂ ਰਿਹਾ ਕਿ ਗੁਰੂ ਕਹਿ ਕੀ ਰਿਹਾ। ਹੁਣ ਜੋ ਅੱਜ ਸਤਿਗੁਰਾਂ ਦੇ, ਗੁਰੂ ਮਹਾਰਾਜ ਦੇ, ਉਹਨਾਂ ਦੇ ਬਚਨ ਆਏ ਨੇ, ਉਹਨੂੰ ਧਿਆਨ ਦੇ ਕੇ ਸੁਣੀਏ। ਸਾਡੇ ਸਾਰੇ ਹੀ ਜਿਹੜੇ ਆ ਦੁੱਖ, ਜਾਂ ਸਾਡੇ ਸਾਰੇ ਰੋਗ, ਜਾਂ ਸਾਡੇ ਸਾਰੇ ਡਰ ਹੀ ਜਿਹੜੇ ਨੇ ਉਹ ਨਿਕਲ ਜਾਂਦੇ ਨੇ। ਉਹਨਾਂ ਨੇ ਦੱਸਿਆ ਹੈ ਕਿ ਜਾ ਕੋ ਮੁਸ਼ਕਿਲ ਅਤ ਬਣੇ ਢੋਈ ਕੋਈ ਨਾ ਦੇ। ਕਹਿੰਦੇ ਕਿ ਬਹੁਤ ਜ਼ਿਆਦਾ ਜੀਵਨ ਦੇ ਵਿੱਚ ਜਦੋਂ ਮੁਸ਼ਕਿਲ ਆ ਜਾਵੇ, ਮੁਸ਼ਕਿਲਾਂ ਦਾ ਪਹਾੜ ਹੀ ਟੁੱਟ ਪਵੇ, ਅਤੇ ਉੱਧਰੋਂ, ਕਿਉਂਕਿ ਅਸੀਂ ਸਾਰਿਆਂ ਨਾਲ ਕੋਈ ਨਾ ਕੋਈ ਪਰਿਵਾਰ, ਭੈਣ ਭਰਾ, ਰਿਸ਼ਤੇ ਨਾਤੇ, ਅਸੀਂ ਇਹਨਾਂ ਨੂੰ ਆਸਰਾ ਸਮਝਦੇ ਹਾਂ ਕਿ ਇਹ ਵੀ ਨਾਲ ਨੇ, ਇਕੱਠੇ ਖੜ੍ਹੇ ਹਾਂ, ਕੋਈ ਗੱਲ ਨਹੀਂ, ਜਾ ਰਹੇ ਹਾਂ, ਕੋਈ ਗੱਲ ਨਹੀਂ। ਪਰ ਉਹ ਉਹਨਾਂ ਨੇ ਫਰਮਾਇਆ ਕਿ ਢੋਈ ਕੋਈ ਨਾ ਦੇ। ਉੱਧਰੋਂ ਮੁਸ਼ਕਿਲਾਂ ਪਹਾੜ ਟੁੱਟ ਪਵੇ, ਉੱਧਰੋਂ ਕੋਈ ਢੋਈ ਨਾ ਦੇਵੇ, ਕੋਈ ਸਾਡੇ ਨਾਲ ਨਾ ਖਲੋਵੇ। ਕਿਉਂਕਿ
ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ, ਕਿ ਜਿਹੜੇ ਦੁਸ਼ਮਣ ਨੇ ਸਾਡੇ ਉਹ ਟੁੱਟ ਕੇ ਸਾਡੇ ਵੱਲ ਪੈ ਜਾਣ ਪੂਰੀ ਐਨ ਤਿਆਰੀ ਦੇ ਨਾਲ, ਅਤੇ ਜਿਹੜੇ ਰਿਸ਼ਤੇ ਨਾਤੇ ਸਾਕ ਸੰਬੰਧੀ ਜਿਹੜੇ ਆ ਉਹ ਵੀ ਉਹਨਾਂ ਦਾ ਜਲਾਲ ਦੇਖ ਕੇ ਭੱਜ ਖਲੋਣ ਕਿ ਨਹੀਂ ਹੁਣ ਤਾਂ ਇਹਨਾਂ ਨੇ ਤਾਂ ਮਰਨਾ ਹੀ ਆ, ਅਸੀਂ ਕਿਉਂ ਨਾਲ ਖਲੋਈਏ। ਉਹ ਵੀ ਸਾਰੇ ਭੱਜ ਖਲੋਣ, ਕੋਈ ਲਾਗੇ ਨਾ ਖੜਾ ਹੋਵੇ। ਸਭੇ ਭੱਜੇ ਆਸਰਾ ਚੁੱਕੇ ਸਭ ਅਸਰਾਓ, ਕਿ ਸਾਰੇ ਪਾਸਿਓਂ ਜਿੰਨੇ ਸਾਡੇ ਆਸਰੇ ਨੇ ਸਭ ਜਿਹੜੇ ਆ ਖਤਮ ਹੋ ਜਾਣ। ਕੋਈ ਵੀ ਆਸਰਾ ਜਦੋਂ ਇਹਨੂੰ ਨਾ ਦਿਸੇ, ਤੇ ਕੀ ਫਰਮਾਇਆ ਉਹਨਾਂ ਨੇ, ਚਿੱਤ ਆਵੇ ਉਸ ਪਾਰ ਬ੍ਰਹਮ ਤੇ ਲਾਗੇ ਨਾ ਤੱਤੀ ਵਾਓ। ਇੰਨਾ ਕੁਛ ਹੁੰਦਾ ਹੋਵੇ, ਕਿਉਂਕਿ ਸਤਿਗੁਰਾਂ ਨੇ ਕਈ ਵਾਰ ਮੈਨੂੰ ਯਾਦ ਹੈ ਬਚਨ ਗੁਰੂ ਮਹਾਰਾਜ ਨੇ ਫਰਮਾਉਣਾ ਕਿ ਬਈ ਭਾਵੇਂ ਸਾਹਮਣੇ ਗੋਲੀ ਵੀ ਆ ਰਹੀ ਹੈ ਸਿੱਧੀ, ਇੱਥੋਂ ਤੱਕ ਸਾਹਮਣੇ ਫਰਮਾਉਣਾ ਕਿ ਬਿਲਕੁਲ ਇੱਥੋਂ ਤੱਕ ਵੀ ਆ ਗਈ ਹੈ ਨਾ, ਇਹਦਾ ਮਨ ਡੋਲੇ ਨਾ। ਇਹ ਆਪਣੇ ਸਤਿਗੁਰਾਂ ਦੇ ਧਿਆਨ 'ਚ ਖੜਾ ਹੈ ਤੇ ਬਈ 1 ਇੰਚ ਵੀ ਆ ਕੇ ਤੋਂ ਹੋ ਸਕਦੀ ਹੈ, ਡਿੱਗ ਸਕਦੀ ਹੈ। ਇਹ ਡੋਲੇ ਨਾ ਕਿਸੇ ਗੱਲ ਦਾ। ਕਈ ਸਤਿਗੁਰਾਂ ਨੇ ਉਦਾਹਰਨਾਂ ਦੇਣੀਆਂ, ਕਈ ਵਾਰ ਦੱਸਣਾ ਪੁਰਾਣੀਆਂ ਸਾਖੀਆਂ, ਕੋਈ ਐਸਾ ਕਿ ਦੇਖਣ ਨੂੰ ਇਸ ਤਰ੍ਹਾਂ ਹੀ ਲੱਗਾ ਕਿ ਹੁਣ ਸਭ ਕੁਝ ਖਤਮ ਹੈ। ਜਿਸ ਤਰ੍ਹਾਂ ਹੁਣ ਪ੍ਰਹਲਾਦ ਜੀ ਦਾ ਅਸੀਂ ਜੀਵਨ ਪੜ੍ਹਦੇ ਹਾਂ, ਅਤੇ ਉਹਨਾਂ ਦੇ ਸਾਹਮਣੇ ਇੱਕ ਐਸੀ ਚੁਣੌਤੀ, ਸਾਹਮਣੇ ਭਖ ਦਾ ਜਿਹੜਾ ਖੰਭਾ ਜਿਹੜਾ ਆ, ਲਾਟਾਂ ਉੱਚੋਂ ਨਿਕਲ ਰਹੀਆਂ ਬਾਹਰ। ਸਭ ਨੂੰ ਪਤਾ ਹੈ ਕਿ ਏਡੀ ਦੂਰ ਤੱਕ ਸੇਕ ਵੱਜ ਰਿਹਾ ਹੈ, ਅਤੇ ਬਈ ਜੇ ਇਹ ਅੱਗੇ ਜਾਣਗੇ ਮਾਸਾ ਜਿਹਾ ਲਾਗੇ ਤੇ ਉਸੇ ਵੇਲੇ ਸਭ ਕੁਝ ਸਵਾਹ ਹੋ ਜਾਣਾ ਹੈ। ਪਰ ਭਗਤ ਦੇ, ਸਿੱਖ ਦੇ ਚਿਹਰੇ ਦੇ ਉੱਤੇ ਕਦੀ ਕੋਈ ਟੈਨਸ਼ਨ ਨਹੀਂ ਹੁੰਦੀ। ਐਂ ਬਿਲਕੁਲ ਲਾਲਮਾ ਚ ਐਂ ਕੋਈ ਗੱਲ ਨਹੀਂ ਆਪਣੇ ਸਤਿਗੁਰਾਂ ਨੂੰ, ਉਹਨੂੰ ਉਹਦੇ ਵਿੱਚ ਵੀ, ਕਿਉਂ ਜਦੋਂ ਉਹਦੇ ਪਿਤਾ ਨੇ ਕਿਹਾ ਕਿ ਤੂੰ ਕਹਿੰਦਾ ਹਰ ਜਗ੍ਹਾ ਹੀ ਪਰਮਾਤਮਾ ਹੈ, ਹਰ ਜਗ੍ਹਾ ਮੇਰਾ ਹਰੀ ਹੈ, ਹਰ ਜਗ੍ਹਾ ਰੱਬ ਹੈ, ਅਤੇ ਫਿਰ ਇਹਦੇ 'ਚ ਵੀ ਹੋਏਗਾ, ਕਹਿੰਦਾ ਹਾਂ ਇਹਦੇ 'ਚ ਵੀ ਹੈਗਾ। ਅਤੇ ਬਈ ਉੱਥੇ ਹੀ ਉਹਨੂੰ ਪ੍ਰਗਟ ਹੋਣਾ ਪਿਆ ਉਸ ਵਿੱਚੋਂ। ਜੇ ਅਸੀਂ ਧੰਨੇ ਭਗਤ ਦੀ ਅਸੀਂ ਦੇਖਦੇ ਹਾਂ, ਅਤੇ ਉਹਨੇ ਪੱਥਰ ਦੇ ਵਿੱਚੋਂ ਉਸ ਆਸਥਾ ਜਿਹੜੀ ਉਹਨੂੰ ਵਿਸ਼ਵਾਸ ਕਿ ਨਹੀਂ ਬਈ ਹਰ ਥਾਂ 'ਤੇ ਉਹਨੇ ਕਿਹਾ ਕਿ ਬਈ ਇੱਥੇ ਮੇਰਾ ਰੱਬ ਇਹ ਰੋਟੀ ਖਾਏਗਾ। ਗੱਲ ਸੀ ਸਿਰਫ ਇੱਕ ਵਿਸ਼ਵਾਸ ਦੀ, ਭਰੋਸੇ ਦੀ। ਸਾਨੂੰ ਵਿਸ਼ਵਾਸ ਭਰੋਸਾ ਨਹੀਂ ਬਣਦਾ, ਅਸੀਂ ਡੋਲਦੇ ਰਹਿੰਦੇ ਹਾਂ, ਕਦੀ ਇੱਧਰ ਕਦੀ ਉੱਧਰ, ਕਦੀ ਕਿਸੇ ਚੀਜ਼ 'ਤੇ ਕਦੀ ਕਿਸੇ ਚੀਜ਼ 'ਤੇ, ਸਾਡਾ ਖਿਆਲ ਸਥਿਰ ਕਦੀ ਹੁੰਦਾ ਹੀ ਨਹੀਂ। ਜੇ ਹੋ ਜਾਵੇ ਤਾਂ ਸਤਿਗੁਰਾਂ ਨੇ ਇਸ ਗੱਲ ਦੀ ਗਰੰਟੀ ਦਿੱਤੀ। ਉਹਨਾਂ ਨੇ ਫਰਮਾਇਆ ਕਿ ਬਈ ਇਹ ਸਿੱਖ ਪੂਰਾ, ਅਸੀਂ ਗੁਰੂ ਪੂਰਾ ਤਾਂ ਲੱਭਦੇ ਰਹਿੰਦੇ ਹਾਂ ਕਿ ਪੂਰਾ ਗੁਰੂ ਲੱਭੇ, ਪੂਰਾ ਗੁਰੂ ਪਤਾ ਨਹੀਂ ਪੂਰਾ ਸਾਡਾ ਗੁਰੂ ਪੂਰਾ ਹੈਗਾ ਕਿ ਨਹੀਂ, ਉਹਦੇ 'ਚ ਕੋਈ ਤਾਕਤ ਹੈਗੀ ਕਿ ਨਹੀਂ, ਅਸੀਂ ਬਸ ਕੁਛ ਨਾ ਕੁਛ ਕਰਦੇ ਰਹਿੰਦੇ ਹਾਂ। ਪਰ ਉਹਨਾਂ ਨੇ ਕਿਹਾ ਕਿ ਬਈ ਪੂਰਾ ਸਿੱਖ ਤਾਂ ਬਣੇ ਪਹਿਲਾਂ, ਇਹਦੀ ਸਿੱਖ ਦੀ ਸਿੱਖੀ ਪੂਰੀ ਹੋਵੇ, ਇਹਦੀ ਭਗਤੀ ਪੂਰੀ ਹੋਵੇ। ਉਹ ਜਿਹੜੀ ਸੁਪਰੀਮ ਪਾਵਰ ਜਿਹੜੀ ਸਾਰੇ ਸੰਸਾਰ ਨੂੰ ਚਲਾ ਰਹੀ ਆ, ਕਿਤੇ ਵੀ ਆ, ਉਹ ਸਭ ਇਹਦੇ ਪਰਦੇ ਢੱਕਦੀ ਹੈ, ਇਹਦੇ ਉਸ ਵਿਸ਼ਵਾਸ ਨੂੰ ਕਦੀ ਡੋਲਣ ਨਹੀਂ ਦਿੰਦੀ। ਸਾਡਾ ਹੀ ਵਿਸ਼ਵਾਸ ਡੋਲਦਾ ਰਹਿੰਦਾ ਹੈ, ਅੱਗੇ ਪਿੱਛੇ ਹੁੰਦਾ ਰਹਿੰਦਾ ਹੈ। ਹੁਣ ਉਹਨਾਂ ਨੇ ਫਰਮਾਇਆ ਕਿ ਬਈ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਹੁਣ ਅਸੀਂ ਚਿੱਤ ਕਿਸ ਤਰ੍ਹਾਂ ਆਉਣ, ਚਿੱਤ ਹੁਣ ਅਸੀਂ ਕਿਹਾ ਕਿ ਹਾਂ ਜੀ ਸਾਨੂੰ ਤਾਂ ਉਸ ਵੇਲੇ ਯਾਦ ਆ ਗਿਆ। ਹੁਣ ਇਹੋ ਹੀ ਤਾਂ ਗੱਲ ਹੈ ਕਿ ਅਸੀਂ ਆਪਣੇ ਅੰਦਰ ਦੇਖੀਏ ਕਿ ਸਾਨੂੰ ਯਾਦ ਕਿਸ ਤਰ੍ਹਾਂ ਦੀ ਬਣਦੀ ਹੈ, ਕਿਸ ਤਰ੍ਹਾਂ ਦੀ ਯਾਦ ਹੈ ਸਾਡੀ। ਸਾਡਾ ਚਿੱਤ ਇੱਕ ਵਾਰੀ ਕੋਈ ਚੀਜ਼ ਅੰਦਰ ਆ ਜਾਏ ਅਤੇ ਉਹ ਕੋਈ ਨਿਕਲਦੀ ਹੈ। ਕਿਉਂਕਿ ਕਬੀਰ ਸਾਹਿਬ ਨੇ ਫਰਮਾਇਆ ਨੇ ਕਿਹਾ ਕਿ ਛਿਨਮੇ ਬੜੇ ਛਿਨਮੇ ਗਟੇ ਵੋ ਤੋਂ ਪ੍ਰੇਮ ਨਾਹੀ। ਸਾਡਾ ਚੇਤੀ ਕਈ ਥਾਵਾਂ 'ਤੇ ਵੰਡਿਆ, ਕਦੀ ਕੁਛ ਪਤਾ ਨਹੀਂ ਕਿੰਨੇ ਕੁ ਉਹਦੇ ਖਾਨੇ ਬਣੇ ਨੇ। ਨਹੀਂ, ਜੇ ਉਹ ਭਰੋਸਾ ਚੀਜ਼ ਹੋਏਗੀ, ਸਾਨੂੰ ਪਹਿਲਾਂ ਪਤਾ ਲੱਗੇ ਭਗਤੀ ਕਹਿੰਦੇ ਕਿਹਨੂੰ ਆ, ਪਤਾ ਲੱਗੇ ਕਿ ਉਹ ਜਿਹੜਾ ਪਾਰ ਬ੍ਰਹਮ ਕਿਹਨੂੰ ਕਿਹਾ ਗਿਆ, ਗੁਰੂ ਕਿਹਨੂੰ ਕਿਹਾ ਗਿਆ। ਜਦੋਂ ਇਹ ਚੀਜ਼ ਦੀ ਸਮਝ ਲੱਗੇਗੀ ਤਾਂ ਫਿਰ ਸਾਡੀ ਡਾਵਾਂ ਡੋਲੀ ਖਤਮ ਹੋ ਜਾਏਗੀ, ਫਿਰ ਦੁੱਖ ਹੈ ਹੀ ਨਹੀਂ ਕੋਈ ਵੀ। ਫਿਰ ਤਾਂ ਦੁਨੀਆ ਦੇ ਵਿੱਚ ਜਿੰਨਾ ਕੁਛ ਵੀ ਹੈ, ਇਹ ਸਭ ਕੁਛ ਪਤਾ ਲੱਗ ਜਾਏਗਾ ਕਿ ਇਹਦਾ ਐਂਡ ਹੈ ਕੀ ਇਹਦਾ। ਇਸ ਲਈ ਉਹਨਾਂ ਨੇ ਫਰਮਾਇਆ ਹੈ ਕਿ ਬਈ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਕੁਛ, ਤੁਸੀਂ ਆਪਣੇ ਚੀਜ਼ 'ਤੇ ਕਾਇਮ ਰਹੋ। ਪਿੱਛੇ ਅਸੀਂ ਇਤਿਹਾਸ ਪੜ੍ਹਦੇ ਹਾਂ ਕਿਸ ਤਰ੍ਹਾਂ ਹੋਇਆ, ਜਿਨ੍ਹਾਂ ਦੀ ਬਾਣੀ ਹੈ ਉਹਨਾਂ ਨੂੰ ਦੇਗਾਂ 'ਚ ਬਾਲ ਦਿੱਤਾ ਗਿਆ, ਪਰ ਡੋਲੇ ਨਹੀਂ। ਕੋਈ ਇਹ ਨਹੀਂ ਕਿਸੇ ਤਰ੍ਹਾਂ ਦਾ ਕਿਹਾ ਕਿ ਬਈ ਮੇਰੇ ਨਾਲ ਮਾੜੀ ਹੋ ਗਈ, ਮੇਰੇ ਨਾਲ ਤਾਂ ਇੱਦਾਂ ਹੋ ਗਿਆ, ਮੈਂ ਤਾਂ ਪਰਮਾਤਮਾ ਦਾ ਨਾਮ ਕਿਹਾ ਜਾਂ ਇਸ ਤਰ੍ਹਾਂ। ਐਂਡ ਤੱਕ ਮਤਲਬ ਇੱਕੋ ਹੀ ਕਿ ਬਈ ਉਹਨਾਂ ਅੰਦਰ ਇੰਨੀ ਤੱਕ ਦੁਨੀਆ ਭਾਵੇਂ ਦੁੱਖ ਦੇਣ ਦੀ ਹਜ਼ਾਰਾਂ ਕਿ ਲੱਖਾਂ ਕੋਸ਼ਿਸ਼ ਕਰ ਲਵੇ, ਪਰ ਜੇ ਇਹ ਗੁਰੂ ਦਾ ਇਹਨੇ ਹੱਥ ਫੜਿਆ ਹੈ ਜਾਂ ਗੁਰੂ ਦੀ ਇਹ ਸ਼ਰਨ ਦੇ ਵਿੱਚ, ਗੋਦ ਦੇ ਵਿੱਚ, ਅਤੇ ਫਿਰ ਕੋਈ ਵੀ ਇਹਨੂੰ ਦੁਖੀ ਨਹੀਂ ਕਰ ਸਕਦਾ। ਦੁੱਖ ਦੇਵੇਗਾ, ਇਹਨੂੰ ਦੇਣ ਦੀ ਕੋਸ਼ਿਸ਼ ਕਰੇਗਾ ਸਹੀ, ਪਰ ਇਹ ਦੁਖੀ ਨਹੀਂ ਹੋ ਸਕਦਾ ਕਦੀ ਵੀ। ਕੋਈ ਇਹਦੇ ਕੋਲ ਐਸੀ ਪਾਵਰ ਆ ਜਾਣੀ ਹੈ, ਇਹਦੇ ਕੋਲ ਐਸੀ ਸ਼ਕਤੀ ਆ ਜਾਣੀ ਹੈ ਕਿ ਬਈ
ਕਰਨ ਵਾਲੇ ਦੁਖੀ ਕਰਨ ਵਾਲੇ ਆਪ ਦੁਖੀ ਹੋ ਗਏ। ਉਹਨਾਂ ਨੇ ਹਰ ਇੱਕ ਟਿੰਨ ਲਾ ਲਏ, ਸਿੱਖਾਂ ਦੀਆਂ ਬੰਦ ਕੱਟ ਦਿੱਤੇ, ਚਰਖੜੀਆਂ ਤੇ ਚਾੜ ਦਿੱਤਾ, ਪੋਟਾ ਕਟਾ ਦਿੱਤਾ, ਸਾਰਾ ਕਰ ਦਿੱਤਾ। ਮਤਲਬ ਕਾਹਦੇ ਸੀ? ਉਹਨਾਂ ਦੇ ਅੰਦਰ ਡਰ ਪਾਉਣ ਵਾਸਤੇ, ਦਹਿਸ਼ਤ ਪਾਉਣ ਵਾਸਤੇ। ਪਰ ਨਹੀਂ ਕਰ ਨਹੀਂ ਸਕੇ, ਕੋਈ ਦੁਖੀ ਨਹੀਂ ਕਰ ਸਕਿਆ ਉਹਨਾਂ ਨੂੰ। ਇਸੇ ਤਰ੍ਹਾਂ ਹੀ ਜਦੋਂ ਸਾਡੇ ਮਨ ਦੇ ਵਿੱਚ, ਸਾਡੇ ਚਿੱਤ ਦੇ ਵਿੱਚ ਉਹ ਗੁਰੂ ਸਮਾ ਗਿਆ ਤੇ ਫਿਰ ਉਹ ਨਿਕਲੇਗਾ ਨਹੀਂ। ਫਿਰ ਇਸ ਤਰ੍ਹਾਂ ਨਹੀਂ ਹੋਏਗਾ ਕਿ ਕਦੀ ਚਿੱਤ 'ਚ ਆ ਗਿਆ ਤੇ ਕਦੀ ਨਿਕਲ ਗਿਆ, ਕਿਉਂਕਿ ਉਹ ਚਿੱਤ 'ਚ ਆਇਆ ਹੀ ਨਹੀਂ, ਹਜੇ ਸਮਝ ਲੱਗੀ ਹੀ ਨਹੀਂ ਉਸ ਚੀਜ਼ ਦੀ। ਜਦੋਂ ਇੱਕ ਵਾਰੀ ਭਗਤੀ ਜਾਂ ਪ੍ਰੇਮ ਕਰ ਲਿਆ ਕਿਸੇ ਨਾਲ, ਤੇ ਇਹ ਉਹ ਪ੍ਰੇਮ ਫਿਰ ਕਿੱਥੇ ਜਾਏਗਾ? स्वामी जी ने फरमाया ना कि प्रेमी सुनो प्रेम की बात, सेवा करो प्रेम से गुरु की और दर्शन पर बल बल जात। ਜਿਹੜਾ ਉਹਨੇ ਬਚਨ ਫਰਮਾਇਆ ਕਿ ਜਸ ਕਾਮੀ ਕੋ ਕਾਮਨ ਪਿਆਰੀ, ਅਸ ਗੁਰਮੁਖ ਕੋ ਗੁਰੂ ਕਾ ਗਾਤ। ਤੇ ਦੱਸ ਵੀ ਦਿੱਤਾ ਕਿ ਕਿੱਦਾਂ ਖਾਤੇ ਪੀਤੇ ਚਲਤੇ ਫਿਰਤੇ ਸੋਵਤ ਜਾਗਤ ਬਿਸਰਨਾ ਜਾਤ। ਚਿੱਤ 'ਚ ਹਰ ਵੇਲੇ ਹੀ, ਜਿੱਦਾਂ ਸਾਨੂੰ ਪਤਾ ਹੈ ਸਾਹ ਆਉਂਦੇ ਪਏ ਨੇ, ਸਭ ਤੋਂ ਜ਼ਰੂਰੀ ਚੀਜ਼ ਕੀ ਹੈ? ਰੋਟੀ ਪਾਣੀ ਸਭ ਕੁਝ ਠੀਕ ਹੈਗਾ ਏ, ਪਰ ਤੁਸੀਂ ਸੋਚੋ ਕਿ ਸਭ ਤੋਂ ਜ਼ਰੂਰੀ ਕੀ ਹੈ? ਇਹ ਸਾਹ ਜਿਹੜੇ ਨੇ। ਸਾਹ ਇੱਕ ਵੀ ਨਾ ਆਇਆ, ਬੰਦ ਹੋ ਗਿਆ ਤੇ ਬਾਈ ਖੇਡ ਖਤਮ। ਇਸ ਕਰਕੇ ਸਾਨੂੰ ਪਤਾ ਹੁੰਦਾ ਹੈ ਨਾ ਹਮੇਸ਼ਾ, ਜਿਸ ਤਰ੍ਹਾਂ ਮਰਜ਼ੀ ਜੇ ਕੋਈ ਸਾਡਾ ਕੋਈ ਮੂੰਹ ਬੰਦ ਕਰ ਵੀ ਦਵੇ, ਸਾਡਾ ਸਾਹ ਘੁੱਟਣ ਦੀ ਕੋਸ਼ਿਸ਼ ਕਰੇ, ਇਹ ਲੱਤਾਂ ਬਾਹਾਂ ਮਾਰਦੇ ਆ ਕਿ ਦਵਾ ਦਵ ਕਿ ਬਸ ਪਤਾ ਨਹੀਂ ਇਹ ਨਿਕਲ ਜਾਈਏ ਇਹਦੇ ਚੁੰਗਲ 'ਚੋਂ। ਇਸੇ ਤਰ੍ਹਾਂ ਹੀ ਜਦੋਂ ਸਾਨੂੰ ਇੰਨਾ ਵਿਸ਼ਵਾਸ ਹੋ ਗਿਆ ਕਿ ਬਈ ਜਿਸ ਤਰ੍ਹਾਂ ਸਾਹ ਦੀ ਲੋੜ ਹੈ, ਇਸੇ ਤਰ੍ਹਾਂ ਹੀ ਉਸ ਗੁਰੂ ਦੀ ਲੋੜ ਹੈ, ਉਸ ਪਰਮੇਸ਼ਵਰ ਦੀ ਸਾਨੂੰ ਲੋੜ ਹੈ, ਤੇ ਫਿਰ ਇਹ ਕਦੀ ਛੱਡੇਗਾ ਉਹਨੂੰ, ਕਦੀ ਨਹੀਂ ਵਿਸਰੇਗਾ। ਜੋ ਮਰਜ਼ੀ ਦੁੱਖ ਆਉਣ, ਜੋ ਮਰਜ਼ੀ ਅੜਚਨਾ ਆਉਣ, ਫਿਰ ਇਹਨੂੰ ਇੰਨਾ ਪਤਾ ਹੋਏਗਾ ਕਿ ਨਹੀਂ ਜ਼ਰੂਰੀ ਕੀ ਹੈ। ਜੇ ਸਾਰਾ ਕੁਝ ਪਿਆ ਹੋਵੇ ਸਾਡੇ ਸਾਹਮਣੇ, ਪੈਸਾ ਪਿਆ ਹੋਵੇ, ਰੋਟੀ ਪਾਣੀ ਪਿਆ ਹੋਵੇ, ਸਾਰੇ ਚੀਜ਼ਾਂ ਪਈਆਂ ਹੋਣ, ਤੇ ਸਾਨੂੰ ਕੋਈ ਉਹੀ ਸਾਹ ਬੰਦ ਕਰਨ ਦੀ ਕੋਸ਼ਿਸ਼ ਕਰੇ, ਤੇ ਸਾਡਾ ਧਿਆਨ ਕਿੱਧਰ ਜਾਏਗਾ ਉਸ ਵੇਲੇ? ਸਾਨੂੰ ਪਤਾ ਹੈ ਕਿ ਬਈ ਇਹ ਚੀਜ਼ਾਂ ਤਾਂ ਬਾਅਦ 'ਚ ਵੀ ਕਮਾਈਆਂ ਜਾਣਗੀਆਂ, ਚੀਜ਼ਾਂ ਹੋ ਜਾਣਗੀਆਂ, ਸਭ ਕੁਝ ਹੋ ਜਾਏਗਾ, ਪਰ ਇਹ ਜੇ ਆਪ ਹੀ ਇਹ ਨਹੀਂ ਚੀਜ਼ ਰਹੀ ਤੇ ਫਿਰ ਕਿੱਦਾਂ ਗੱਲ ਬਣੇਗੀ? ਇਸੇ ਕਾਰਨ ਸੁਣਾ ਕਿ ਸਵਾਸੋਂ ਕੀ ਮਾਲਾ ਪੇ ਸਿਮਰੂ ਮੈਂ ਪੀ ਕਾ ਨਾਮ, ਕਿ ਸਹੁੰ ਦੀ ਮਾਲਾ ਜਿਸ ਤਰ੍ਹਾਂ ਬਣਨ ਵਾਲੀ ਦੀ, ਇਸੇ ਤਰ੍ਹਾਂ ਉਹ ਨਾਮ ਦੀ ਮਾਲਾ ਜਿਹੜੀ ਹੈ ਉਹ ਜਿਹੜੀ ਹੈ ਹਰ ਵੇਲੇ ਹੀ ਚੱਲਦੀ ਰਹੇ। ਕਦੀ ਵੀ ਜੇ ਇਹਨੂੰ ਭੁੱਲਦਾ ਹੈ ਤੇ ਸਰਵਣ ਨੇ ਇੱਥੋਂ ਤੱਕ ਫਰਮਾਇਆ ਕਿ ਬਈ ਉਹ ਵਿਸਰਿਆ ਤੇ ਇਹ ਸਮਝੇ ਕਿ ਆਪਣਾ ਆਪ ਖਤਮ ਹੈ ਕੰਮ। ਇਸ ਲਈ ਪੱਕਿਆਂ ਕੀਤਾ ਉਹਨਾਂ ਨੇ ਕਿ ਸਭ ਕੁਝ ਫਰਮਾ ਕੇ ਕਿ ਭਾਵੇਂ ਅੱਤ ਦੀ ਮੁਸ਼ਕਿਲ ਹੋਵੇ, ਭਾਵੇਂ ਇਹਦੇ ਲਾਗੇ ਕੋਈ ਵੀ ਖੜਾ ਨਾ ਹੋਵੇ, ਸਾਰੇ ਆਸਰੇ ਇਹਦੇ ਖਤਮ ਹੋ ਜਾਣ, ਮਤਲਬ ਕਿਸੇ ਤਰ੍ਹਾਂ ਦਾ ਵੀ ਇਹਨੂੰ ਕੋਈ ਦਿਖਾਈ ਨਾ ਦੇਵੇ। ਤੇ ਉਹਨੂੰ ਫਰਮਾਇਆ ਕਿ ਜੇ ਇਹਦੇ ਮਨ ਦੇ ਵਿੱਚ ਉਸ ਪਾਰ ਬ੍ਰਹਮ, ਉਸ ਪਰਮੇਸ਼ਵਰ, ਉਸ ਸਤਿਗੁਰੂ ਦੀ ਯਾਦ ਆ ਗਈ, ਜੇ ਉਸ ਵੇਲੇ ਇਹਦੇ ਚਿੱਤ ਦੇ ਵਿੱਚ ਉਹਦਾ ਆਸਰਾ ਆ ਗਿਆ, ਤੇ ਕਹਿੰਦੇ ਕਿ ਬਈ ਇਹਨੂੰ ਤੱਤੀ ਵਾਵ ਨਹੀਂ ਲੱਗ ਸਕਦੀ। ਔਰ ਅਸੀਂ ਇਤਿਹਾਸ ਦੀਆਂ ਘਟਨਾਵਾਂ ਜਿਹੜੀਆਂ, ਇਤਿਹਾਸ ਕਾਹਦੇ ਵਾਸਤੇ ਪੜ੍ਹਦੇ, ਕਾਹਦੇ ਵਾਸਤੇ ਯਾਦ ਰੱਖਦੇ, ਸੁਣਾਉਂਦੇ ਵੀ ਹਾਂ, ਸੁਣਦੇ ਵੀ ਹਾਂ, ਪਰ ਆਪਣੀ ਜਦੋਂ ਵਾਰੀ ਆਉਂਦੀ ਹੈ ਉਦੋਂ ਸਾਨੂੰ ਉਹ ਵਿਸਰ ਜਾਂਦੀ ਹੈ। ਕਈ ਵਾਰ ਦੱਸਿਆ ਕਿ ਦ੍ਰੋਪਦੀ ਜਦੋਂ ਤੱਕ ਉਹ ਆਸਰੇ ਦੇਖਦੀ ਰਹੀ ਇੱਧਰ ਉੱਧਰ ਦੇ ਕਿ ਮੇਰਾ ਪਤੀ ਬੜਾ ਤਗੜਾ ਏ, ਇਹਦੇ ਇੱਕ ਤੋਂ ਇੱਕ ਮਹਾਂਬਲੀ ਏ, ਮੇਰਾ ਪਿਓ ਜਿਹੜਾ ਆ ਐਡਾ ਵੱਡਾ ਰਾਜਾ ਏ, ਉਹਦੇ ਕੋਲ ਇੰਨੀ ਸੈਨਾ, ਇੰਨਾ ਆ ਕੁਛ, ਉਹ ਸਭ ਕੁਝ ਕਰ ਲੇਗਾ, ਜਾਂ ਇਹ ਆਚਾਰੀਆ ਬੈਠੇ ਨੇ ਇਹ ਕਰ ਲੈਣਗੇ, ਬੜੇ ਬੜੇ ਮਹਾਂਬਲੀ ਨੇ, ਭੀਸ਼ਮ ਪਿਤਾਮਾ ਵਰਗੇ ਉੱਥੇ ਬੈਠੇ ਸੀ। ਪਰ ਜਦੋਂ ਤੱਕ ਉਹ ਬਾਹਰ ਦੇ ਆਸਰੇ ਦੇਖਦੀ ਰਹੀ, ਭਾਵੇਂ ਉਹਨੂੰ ਜਿੰਨੇ ਮਰਜ਼ੀ ਵੱਡੇ ਲੱਗਦੇ ਸੀ, ਭਾਵੇਂ ਉਹ ਹੈ ਵੀ ਸੀ, ਪਰ ਉਹਦੀ ਮਦਦ ਕਿਸੇ ਨੇ ਨਹੀਂ ਕੀਤੀ। ਪਰ ਜਦੋਂ ਉਹਦੇ ਮਨ 'ਚ ਸਾਰੇ ਆਸਰੇ ਸ਼ਾਇਦ ਇੱਕੋ ਹੀ ਗੱਲ ਆਈ ਕਿ ਬਸ ਹੁਣ ਮਹਾਰਾਜ ਤੁਸੀਂ ਰੱਖੋ ਮੇਰੀ ਬਾਤ, ਤੇ ਇੱਕ ਸੈਕਿੰਡ ਨਹੀਂ ਲੱਗਾ, ਉਸੇ ਵੇਲੇ ਹੀ ਉਹ ਜਿਹੜੀ ਕਾਰਵਾਈ ਸ਼ੁਰੂ ਹੋ ਗਈ। ਹੋਰ ਵੀ ਕਈ ਪ੍ਰਮਾਣ ਇਸ ਤਰ੍ਹਾਂ ਦੇ ਹੈਗੇ ਨੇ, ਪਰ ਗੱਲ ਉਹੀ ਆਉਂਦੀ ਹੈ। ਇਸ ਕਰਕੇ ਉਹਨੇ ਕਿਹਾ ਕਿ ਚਿੱਤ ਆਵੇ ਉਸ ਪਾਰ ਬ੍ਰਹਮ। ਹੁਣ ਉਹ ਚਿੱਤ 'ਚ ਆਉਣਾ ਕਿੱਦਾਂ ਹੈ, ਇਹ ਮੈਂ ਕਈ ਵਾਰ ਦੱਸਿਆ ਹੈ। ਗੁਰੂ ਮਹਾਰਾਜ ਦੇ ਸਤਸੰਗ, ਦੀਵਾਲੀ ਵਾਲੇ ਸਤਸੰਗ ਦੇ ਵਿੱਚ ਵੀ ਇਹੋ ਚੀਜ਼ ਆ ਰਹੀ ਸੀ ਬਾਰ-ਬਾਰ ਕਿ ਬਈ ਉਹ ਆਉਣਾ ਕਿੱਦਾਂ ਚਿੱਤ 'ਚ, ਜਾਂ ਚਿੱਤ 'ਚ ਰਹਿਣਾ ਕਿੱਦਾਂ ਹੈ ਉਹਨੇ। ਅਸੀਂ ਸਾਰੇ ਹੀ ਗੁਰੂ ਵਾਲੇ ਹਾਂ, ਅਸੀਂ ਸਾਰੇ ਹੀ ਬਾਕੀ ਇੱਕ ਮੱਥੇ ਵੀ ਟੇਕਦੇ ਹਾਂ, ਨਾਮ ਵੀ ਲਿਆ, ਸਭ ਕੁਛ ਆ, ਪਰ ਕਿਉਂ ਨਹੀਂ ਉਹ ਗੱਲ ਬਣਦੀ? ਇਹਦਾ ਸਵਾਲ ਦਾ ਜਵਾਬ ਅਸੀਂ ਆਪਣੇ ਅੰਦਰੋਂ ਲੱਭੀਏ। ਕੀ ਗੱਲ ਕੀ? ਕਿਉਂਕਿ ਐਸਾ ਕੁਛ ਨਹੀਂ ਹੈ, ਸਾਨੂੰ ਸਭ ਪਤਾ ਹੈ। ਮੈਂ ਕਈ ਵਾਰੀ ਕਹਿੰਦਾ ਹੈ ਕਿ ਅਸੀਂ ਸਮਝਾਇਆ ਤੇ ਉਹਨੂੰ ਜਾਵੇ ਜਿਹਨੂੰ ਸਮਝ ਨਾ ਹੋਵੇ। ਸਾਨੂੰ ਸਭ ਸਮਝੇ, ਸਾਨੂੰ ਐਸਾ ਨਹੀਂ ਪਤਾ ਨਹੀਂ ਹੈ, ਸਭ ਕੁਛ ਪਤਾ ਹੈ। ਹਾਂ, ਆਪਣੀ ਵਾਰੀ ਅਸੀਂ ਭੁੱਲ ਜਾਂਦੇ ਹਾਂ ਉਸ ਚੀਜ਼ ਨੂੰ।
ਤੇ ਅੰਦਰ ਬੈਠ ਕੇ ਕਿਉਂ ਅਸੀਂ ਧਿਆਨ ਕਾਹਦਾ ਕਰਦਾ ਹੈ। ਕਈ ਵਾਰੀ ਮੈਨੂੰ ਕਈ ਬੱਚੇ ਪੁੱਛਦੇ ਮਾਰੇ ਧਿਆਨ ਕਿੱਦਾਂ ਕਰੀਏ, ਕੀ ਧਿਆਨ ਦੇ ਵਿੱਚ ਕੀ ਦੇਖਣਾ ਹੈ, ਕੀ ਕਿਹਨੂੰ ਅਸੀਂ ਧਿਆਨ ਦੇ ਵਿੱਚ ਲਿਆਉਣਾ ਹੈ, ਕਰਨਾ ਹੈ। ਤੇ ਬਈ ਇਹੋ ਹੀ ਸਭ ਤੋਂ ਪਹਿਲਾਂ ਤੇ ਇਹ ਆਪਣੇ ਆਪ ਨੂੰ ਲੱਭੇ ਧਿਆਨ ਦੇ ਵਿੱਚ। ਇਹ ਹੋਰ ਨੂੰ ਤਾਂ ਕਿਸੇ ਨੂੰ ਤਾਂ ਲੱਭੇਗਾ ਜੇ ਪਹਿਲਾਂ ਆਪਣੇ ਆਪ ਸਥਿਰ ਹੋਏਗਾ। ਇਹ ਜੇ ਆਪ ਹੀ ਗਵਾਚਾ ਫਿਰਦਾ ਪਿਆ ਏ, ਇਹਨੇ ਕਿਸੇ ਨੂੰ ਕੀ ਲੱਭਣਾ ਹੈ। ਜੇ ਪਹਿਲਾਂ ਤੈਨੂੰ ਆਪਣਾ ਪਤਾ ਲੱਗੇ ਕਿ ਮੈਂ ਹੈ ਕੌਣ, ਤੇ ਫਿਰ ਅੱਗੇ ਗੱਲ ਜਿਹੜੀ ਚੱਲੇਗੀ। ਹਾਂਜੀ ਬੇਟੇ ਅੱਗੇ। ਚਿਤ ਆਵੇ ਉਸ ਪਾਰ ਬ੍ਰਹਮ, ਲਗੇ ਨਾ ਤਤੀ ਵਾਓ। ਸਾਹਿਬ ਨਿਤਾਨਿਆ ਕਾ ਤਾਨ, ਆਏ ਨਾ ਜਾਈ ਤਿਰ ਸਦਾ। ਗੁਰ ਸ਼ਬਦੀ ਸੱਚ ਜਾਨ। ਹੁਣ ਉਸ ਦੀ ਚੰਗੀ ਤਰ੍ਹਾਂ ਦੱਸ ਵੀ ਦਿੱਤਾ, ਖੋਲ ਕੇ ਸਮਝਾ ਦਿੱਤਾ ਕਿ ਬਈ ਕਿਉਂ ਅਸੀਂ ਉਹਨੂੰ ਆਸਰਾ ਮੰਨਦੇ ਹਾਂ। ਹੁਣ ਉਹ ਬੜੇ ਬੜੇ ਰਾਜੇ ਮਹਾਰਾਜੇ, ਗਰੀਬ ਅਮੀਰ, ਸਭ ਉਹਦੇ ਚੌਖੜ ਦੇ ਉੱਤੇ ਸਾਰੇ ਹੀ ਮੰਗਤੇ ਨੇ। ਹੈ ਕਿ ਸਾਹਿਬ ਨਿਤਾਣਿਆ ਕਾ ਤਾਣ, ਇਹ ਸਾਨੂੰ ਕੋਈ ਆਸਰਾ ਦਿੰਦਾ ਹੈ ਤੇ ਸਾਡੀ ਸ਼ਕਲ, ਸਾਡਾ ਬਾਹਰ ਦਾ ਸਟੇਟਸ ਵੇਖ ਕੇ ਉਹਨੂੰ ਕਰਦਾ ਹੈ। ਤੁਸੀਂ ਬੈਂਕ ਦੇ ਵਿੱਚ ਕਰਜ਼ਾ ਲੈਣੀ ਚਲੇ ਜਾਓ, ਲੋਨ ਲੈਣ ਚਲੇ ਜਾਓ, ਭਾਵੇਂ ਤੁਸੀਂ ਹੀ ਸਭ ਕੁਝ ਦੇਣਾ ਹੈ, ਪਰ ਉਹ ਪਹਿਲਾਂ ਦੇਖਦੇ ਨੇ ਕਿ ਇਹਦੇ ਕੋਲ ਪਹਿਲਾਂ ਕੀ ਹੈਗਾ ਹੈ। ਜਿੰਨਾ ਕੁ ਕੁਛ ਇਹਦੇ ਕੋਲ ਹੈਗਾ ਉਸ ਹਿਸਾਬ ਨਾਲ ਹੀ ਇਹਨੂੰ ਫਿਰ ਦਿੰਦੇ ਨੇ। ਪਰ ਉਹ ਸਾਹਿਬ ਦੀ ਗੱਲ ਕੀਤੀ ਹੈ, ਨਿਤਾਣਿਆਂ ਦਾ ਤਾਣ। ਬਈ ਉਹ ਨਹੀਂ, ਕੋਈ ਵੀ ਆ ਕਿਸੇ ਤਰੀਕੇ ਨਾਲ ਵੀ ਅਸੀਂ ਉਹਦੇ ਦਰ ਦੇ ਉੱਤੇ ਪਹੁੰਚ ਜਾਈਏ, ਉਹਦੀ ਸ਼ਰਨ 'ਚ ਪਹੁੰਚ ਜਾਈਏ, ਭਾਵੇਂ ਦੁਨੀਆ ਦੇ ਮਾਰਕੀਟ 'ਤੇ ਸਾਡੀ ਕੱਚੀ ਕੌਡੀ ਨਾਲ ਕਿਸੇ ਦੀ ਕੋਈ ਔਕਾਤ ਹੋਵੇ, ਪਰ ਜਿਹੜਾ ਉੱਥੇ ਪਹੁੰਚ ਗਿਆ ਉਹ ਬਈ ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਬਣਾ ਦਿੰਦਾ ਹੈ। ਜੇ ਉਹਦੀ ਦਇਆ ਨਾ ਕਾਗੋ ਹੰਸ ਕਰੇ, ਉੱਚੋਂ ਨੀਚ ਨੀਚੋਂ ਊਚ ਕਰੇ ਮੇਰਾ ਸਾਹਿਬ, ਕਾਹੂ ਤੇ ਨਾ ਡਰੇ। ਕਿਆ ਹੰਸ ਕਿਆ ਬਗਲੇ ਜਿਨ ਪਰ ਨਜ਼ਰ ਕਰੇ। ਸਤਿਗੁਰੂ ਨੇ ਫਰਮਾਉਣਾ ਕਿ ਬਈ ਰੂੜੀਆਂ ਤੋਂ ਚੁੱਕ ਕੇ ਤੇ ਮਹਿਲਾਂ ਦੇ ਵਿੱਚ ਬਿਠਾ ਦਿੰਦੇ ਨੇ। ਤੇ ਇਹ ਉਹਨਾਂ ਦੀ ਸ਼ੋਭਾ ਹੈ। ਉਹਨਾਂ ਨੇ ਕਿਹਾ ਕਿ ਨਿਤਾਣਿਆ ਕਾ ਤਾਣ, ਆਏ ਨਾ ਜਾਏ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ। ਪਰ ਇਹ ਜਿਹੜਾ ਸੱਚ ਆ, ਸਾਨੂੰ ਭਰੋਸਾ ਕਿੱਦਾਂ ਆਵੇ ਕਿ ਉਹ ਐਡਾ ਵੱਡਾ ਜਿਹਦੇ ਅੱਗੇ ਸਾਰੇ ਹੀ ਨਤਮਸਤਕ ਨੇ, ਦੇਵੀ ਦੇਵਤੇ, ਰਾਜੇ ਮਹਾਰਾਜੇ, ਸਾਰੇ ਉਹਦੇ ਚਰਨਾਂ ਦੇ ਵਿੱਚ ਹਰ ਵੇਲੇ ਬੈਠੇ ਰਹਿੰਦੇ ਨੇ। ਕਹਿੰਦੇ ਇਹ ਜਿਹੜਾ ਭਰੋਸਾ ਕਿਉਂ ਨਹੀਂ ਬਣਦਾ, ਸਾਡਾ ਭਰੋਸਾ ਕਿਉਂ ਡੋਲਦਾ ਰਹਿੰਦਾ ਹੈ। ਕਿਉਂਕਿ ਅਸੀਂ ਬਾਹਰੋਂ ਦੇਖ ਕੇ ਕਈ ਵਾਰੀ ਕਹਿੰਦੇ ਹਾਂ ਇੰਨੀ ਕੁ ਤਾਂ ਗੱਲ ਹੈਗੀ ਹੈ, ਪਰ ਆਹ ਪਤਾ ਨਹੀਂ ਗੱਲ ਬਣੂਗੀ ਕਿ ਨਹੀਂ, ਆਹ ਤਾਂ ਕੰਮ ਠੀਕ ਹੈ, ਉਹ ਉੱਥੋਂ ਹੋ ਸਕਦਾ ਹੈ, ਪਰ ਆਹ ਪਤਾ ਨਹੀਂ ਹੋਏਗਾ ਕਿ ਨਹੀਂ, ਡਾਵਾਂਡੋਲੀ ਰਹਿੰਦੀ ਹੈ। ਮੈਂ ਕਈ ਵਾਰ ਦੱਸਿਆ ਹੈ, ਕੋਈ ਐਸੀ ਗੱਲ ਨਹੀਂ, ਅਸੀਂ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਹੈ। ਸਾਡੇ ਕੁਝ ਗੱਲਾਂ ਐਸੀਆਂ ਨੇ ਕਈ ਵਾਰੀ ਸਾਡੇ ਸਮਝ 'ਚ ਨਹੀਂ, ਮੈਂ ਵੱਖਰਾ ਜਦੋਂ ਅਸੀਂ ਟਾਈਮ ਲੈਂਦੇ ਹਾਂ, ਕਈ ਵਾਰੀ ਬੱਚੇ ਐਸੇ ਗੱਲਾਂ ਪੁੱਛਦੇ ਨੇ, ਕਰਦੇ ਨੇ, ਹੈਰਾਨੀ ਵੀ ਹੁੰਦੀ ਹੈ। ਉਹਨਾਂ ਨੇ ਫਰਮਾਇਆ ਕਿ ਹਰ ਤਰ੍ਹਾਂ ਦਾ ਉਹਨਾਂ ਨੇ ਦੱਸ ਦਿੱਤਾ ਕਿ ਬਈ ਕੋਈ ਵੀ ਇਹਨੂੰ ਮੁਸ਼ਕਿਲ ਬਣੇ। ਹੁਣ ਕਈ ਵਾਰ ਗੁਰਮਤਿ ਦੇ ਬੱਚੇ, ਕਈ ਸਤਸੰਗੀ ਸੰਸਾਰ 'ਚ ਆਪਾਂ ਸਾਰੇ ਰਹਿੰਦੇ ਹਾਂ, ਹਰ ਤਰ੍ਹਾਂ ਦੇ ਅਸੀਂ ਦੇਖਦੇ ਹਾਂ। ਕਈ ਵਾਰ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ। ਚਲੋ ਇੱਕ ਤਾਂ ਹੁੰਦੀ ਹੈ, ਮੈਂ ਕਈ ਵਾਰੀ ਕਿਹਾ ਕਿ ਹੁਣ ਵੀ ਸਰੀਰਕ ਤੌਰ 'ਤੇ ਕੋਈ ਕਸ਼ਟ ਹੁੰਦਾ ਹੈ, ਕੋਈ ਕਿਸੇ ਨੂੰ ਬੁਖਾਰ ਹੋ ਗਿਆ, ਕਿਸੇ ਨੂੰ ਕੋਈ ਪੇਟ ਦਰਦ ਹੈ, ਕਿਸੇ ਦੀ ਕੋਈ ਫਰੈਕਚਰ ਹੋ ਗਿਆ, ਕੁਛ ਆ ਵੀ ਡਾਕਟਰ ਨੇ ਉਹ ਕਰਮ ਕਰਨਾ ਠੀਕ ਹੈ ਉਹ ਵੀ। ਪਰ ਜਦੋਂ ਅਸੀਂ ਬਾਕੀ ਸਾਰੀਆਂ ਚੀਜ਼ਾਂ ਕਰਕੇ ਥੱਕ ਜਾਂਦੇ, ਕਹਿੰਦੇ ਕਿ ਨਹੀਂ, ਤੇ ਉਦੋਂ ਆਸਰਾ ਫਿਰ ਤੇ ਇੱਕੋ ਹੀ ਹੁੰਦਾ ਹੈ ਨਾ। ਕਈ ਵਾਰ ਐਸੇ ਬੱਚੇ ਉਹਨਾਂ ਨੂੰ ਕੋਈ ਲੱਗਦਾ ਹੈ, ਆਪਣੇ ਆਪ ਨੂੰ ਲੱਗਦਾ ਹੈ ਚਲੋ ਜੋ ਵੀ ਹੈਗਾ ਸਾਡੇ ਵਿਚਾਰ, ਲੱਗਦਾ ਹੈ ਕਿ ਬਈ ਸਾਨੂੰ ਕਿਸੇ ਨੇ ਕੁਛ ਕਰ ਦਿੱਤਾ ਹੈ, ਜਾਂ ਸਾਡੇ ਬੱਚੇ 'ਤੇ ਕੋਈ ਛਾਇਆ ਹੈ, ਜਾਂ ਇਹਨੂੰ ਕੁਛ ਚੰਬੜ ਗਿਆ ਹੈ, ਕੁਛ ਵੀ ਹੈ। ਹੁਣ ਦੇਖੋ, ਸਭ ਤੋਂ ਵੱਡਾ ਤਾਂ ਸਾਨੂੰ ਜਿਹੜਾ ਮਨ ਚੰਬੜਿਆ ਹੈ, ਵੱਡਾ ਭੂਤ ਹੈ। ਇਹੋ ਹੀ ਲਾਉਣਾ ਬੜਾ ਔਖਾ ਹੈ ਨਾਲੋਂ। ਹੁਣ ਉਹ ਜਦੋਂ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ, ਕੋਈ ਉਹਨਾਂ ਨੂੰ ਕਹੇਗਾ ਨਾ ਕਿ ਬਈ ਤੁਸੀਂ ਗੁਰਮਤਿ ਦਾ ਧਿਆਨ ਕਰੋ, ਤੁਸੀਂ ਜਾਓ ਉੱਥੇ ਆਪਣੇ, ਜੇ ਬਹੁਤਾ ਡੋਲੇ ਹੋ ਤਾਂ ਉੱਥੇ ਚਲੇ ਜਾਓ, ਉਹ ਕਹਿਣਗੇ ਨਹੀਂ, ਉੱਥੇ ਅਸੀਂ ਮੱਥਾ ਟੇਕਣ 'ਤੇ ਜਾਵਾਂਗੇ, ਪਰ ਇਹਦਾ ਹੱਲ ਕਰਾ ਲਈਏ ਪਹਿਲਾਂ। ਉਹ ਫਿਰ ਕੋਈ ਨਾ ਕੋਈ ਲੱਭਦੇ ਨੇ, ਚਮਟਿਆਂ ਵਾਲੇ ਕੋਈ ਲੱਭਦੇ ਨੇ, ਕੋਈ ਇਹੋ ਜਿਹੇ ਕੋਈ ਜਿਹੜੇ ਕਿ ਕੋਈ ਕੱਢਣ ਵਾਲੇ, ਕਿ ਕੋਈ ਇਹਦੇ ਭੂਤ ਕੱਢ ਦੇਵੇ ਇਹਦੇ।
ਮਤਲਬ ਕਿ ਅਸੀਂ ਮਨ ਹੀ ਇੰਨਾ ਡਾਵਾਂਡੋਲ, ਇਹਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੀ ਨਹੀਂ, ਭਰੋਸਾ ਹੀ ਨਹੀਂ, ਕਿ ਜੇ ਸਾਰੀ ਅਸੀਂ ਕਹਿੰਦੇ ਆ ਕਿ ਸਾਰਾ ਸੰਸਾਰ ਸਾਰੀ ਕਾਇਨਾਤ ਉਹਦੇ ਹੱਥ ਦੇ ਵਿੱਚ ਹੈ, ਮੁੱਠੀ ਦੇ ਵਿੱਚ ਆ, ਤੇ ਬਈ ਇਹ ਫਿਰ ਕੋਈ ਚੀਜ਼ ਕਿਹੜੀ ਚੀਜ਼ ਹੈ ਉੱਥੋਂ ਬਾਹਰ ਰਹਿ ਗਈ। ਅਸਲ 'ਚ ਜਦੋਂ ਸਾਨੂੰ ਵੱਡਾ ਲੱਗਦਾ, ਜਦੋਂ ਦੱਸਿਆ ਕਿ ਦਸਮ ਪਾਤਸ਼ਾਹ ਦੇ ਸਿੱਖ ਭੇਜੇ, ਉਹਨਾਂ ਨੂੰ ਕੋਈ ਲੈਣ ਭੇਜਿਆ ਘੋੜੇ ਘਾੜੇ ਤੇ ਲੈ ਕੇ ਆ ਰਹੇ ਸੀ, ਰਸਤੇ 'ਚ ਜੰਗਲ 'ਚ ਠਹਿਰੇ, ਕਿਤੇ ਰਾਤ ਪੈ ਗਈ। ਹੁਣ ਜੰਗਲ ਵੱਡਾ ਸੀ, ਉਹਨਾਂ ਨੇ ਕਿਹਾ ਕਿ ਹਨੇਰਾ ਹੈ, ਕਿਤੇ ਭਟਕ ਨਾ ਜਾਈਏ, ਤੇ ਰਾਤ ਇੱਥੇ ਕਿਤੇ ਆਰਾਮ ਕਰਕੇ ਸਵੇਰੇ ਚੱਲਾਂਗੇ। ਉਹਨੇ ਦੇਖੀ ਹੁੰਦਾ ਹੀ ਇੱਕ ਸੌਣ ਵਾਸਤੇ ਕੋਈ ਚੰਗੀ ਜਗ੍ਹਾ ਲੱਭ ਲਈਏ ਥੋੜ੍ਹੀ ਉੱਚੀ, ਉਹ ਕੋਈ ਥੋੜ੍ਹਾ ਜਿਹਾ ਉੱਚਾ ਜਿਹਾ ਲੱਭਾ, ਥੋੜ੍ਹਾ ਕਹਿੰਦੇ ਇੱਥੇ ਜੀ ਥੋੜ੍ਹੀ ਉੱਚੀ ਜਗ੍ਹਾ ਹੈ, ਅਤੇ ਚਲੋ ਇੱਥੇ ਘੋੜੇ ਘਾੜੇ ਵੀ ਬੰਨ੍ਹ ਕੇ ਤੇ ਇੱਥੇ ਆਰਾਮ ਕਰਦੇ ਹਾਂ, ਸਵੇਰੇ ਦਿਨ ਚੜ੍ਹੇਗਾ ਚੱਲਾਂਗੇ। ਰਾਤ ਉਹ ਆਰਾਮ ਨਾਲ ਸੁੱਤੇ, ਸਾਰਾ ਵਧੀਆ, ਕੋਈ ਗੱਲ ਨਹੀਂ, ਆਰਾਮ ਕੀਤਾ। ਜਦੋਂ ਸਵੇਰੇ ਉੱਠੇ ਤੇ ਉੱਠ ਕੇ ਤੇ ਉਹ ਜਿਹੜਾ ਸਿੱਖ ਜਿਹੜਾ ਮੈਨੂੰ ਨਜ਼ਰ ਪਈ, ਕਹਿੰਦਾ ਓਹੋ ਇਹ ਤੇ ਕਿਸੇ ਪੀਰ ਦੀ ਕਬਰ ਹੈ ਜਿੱਥੇ ਅਸੀਂ ਸੁੱਤੇ ਰਹੇ ਹਾਂ, ਘੋੜੇ ਵੀ ਉੱਤੇ ਬੰਨੇ ਆ। ਜਦੋਂ ਉਹ ਵੇਖਿਆ ਮਨ 'ਚ ਡਰ ਆ ਗਿਆ, ਉਹ ਇਹ ਪੀਰ ਤੇ ਬੜੇ ਜਾਰੇ ਹੁੰਦੇ ਆ, ਇਹਨਾਂ ਦਾ ਕੋਈ ਆਉਂ ਨਾ ਕਰਦੇ, ਆਉਂ ਨਾ ਕਰਦੇ। ਜਦੋਂ ਉਹਦੇ ਮਨ 'ਚੋਂ ਡਰ ਆਇਆ, ਖਿਆਲ ਆਇਆ, ਉਸੇ ਵੇਲੇ ਉਹਦੀ ਪਕੜ ਹੋ ਗਈ। ਪਕੜ ਹੋ ਗਈ, ਉਹ ਮਾਰਨ ਲੱਗਾ ਜਿਸ ਤਰ੍ਹਾਂ ਉਲੀਆਂ ਟੋਲੀਆਂ ਜੋ ਵੀ ਕਰਨ ਲੱਗਾ। ਜਿਹੜੇ ਨਾਲ ਸਿੱਖ ਸੀ ਉਹ ਸਾਰੇ ਕਹਿਣ ਲੱਗੇ ਕਿ ਬਈ ਪੂਰੇ ਗੁਰੂ ਦੇ ਅਸੀਂ ਸਿੱਖ ਹਾਂ, ਇਹ ਕਿੱਦਾਂ ਹੋ ਗਿਆ? ਪੂਰੇ ਗੁਰੂ ਦੇ ਸਿੱਖ, ਤੇ ਹੁਣ ਸ਼ੰਕਾ ਆਪਣੇ ਤੇ ਨਹੀਂ ਆਈ, ਸ਼ੰਕਾ ਗੁਰੂ ਤੇ ਹੀ ਆਈ ਕਿ ਬਈ ਅਸੀਂ ਕਹਿੰਦੇ ਅਸੀਂ ਤੇ ਨਾਮ ਲਿਆ, ਅਸੀਂ ਅੰਮ੍ਰਿਤ ਛਕਿਆ, ਸਾਨੂੰ ਕਿੱਦਾਂ ਇੱਦਾਂ ਹੋ ਸਕਦਾ ਕੁਛ? ਚਲੋ ਸਤਿਗੁਰ ਤੇ ਸਭ ਕੁਝ ਜਾਣਦੇ ਨੇ। ਸਿੱਖਾਂ ਨੇ ਹੁਣ ਹੋਰ ਕੋਈ ਨਹੀਂ, ਉਹਨੂੰ ਵੇਖਿਆ, ਉਹਨੇ ਕਿਹਾ ਕਿ ਚਲੋ ਇਹਨੂੰ ਮਹਾਰਾਜ ਕੋਲ ਖੜੀ ਪੁੱਛਦੇ ਹਾਂ। ਉੱਥੇ ਜਾ ਕੇ ਫੜ ਕੇ ਲੈ ਗਏ। ਉੱਥੇ ਜਦੋਂ ਪੇਸ਼ ਕੀਤਾ, ਪਤਾ ਤੇ ਉਹਨਾਂ ਨੂੰ ਐਸੀ ਕੋਈ ਗੱਲ ਨਹੀਂ ਸੀ। ਜਦੋਂ ਗਏ ਉੱਥੇ ਤੇ ਸਤਿਗੁਰਾਂ ਨੇ ਥੋੜ੍ਹਾ ਜਿਹਾ ਧਿਆਨ ਦਿੱਤਾ ਤੇ ਕਹਿਣ ਲੱਗੇ, ਹੁਣ ਸਭ ਕੁਝ ਜੇ ਉਹਨਾਂ ਦੀ ਮੁੱਠੀ 'ਚ ਹੈ ਤੇ ਉਹ ਕੋਈ ਬਾਹਰ ਥੋੜ੍ਹਾ ਸੀ। ਥੋੜ੍ਹਾ ਜਿਹਾ ਧਿਆਨ ਕੀਤਾ, ਕਹਿਣ ਲੱਗੇ ਹਾਂ ਬਈ ਕੌਣ ਹੈ ਤੂੰ? ਦੱਸਿਆ ਉਹਨੇ, ਬੋਲ ਪਿਆ ਵਿੱਚ ਕਿ ਮੈਂ ਫਲਾਣਾ ਵੀ। ਕਹਿੰਦੇ ਤੈਨੂੰ ਨਹੀਂ ਪਤਾ ਇਹ ਸਾਡਾ ਸਿੱਖ ਹੈ? ਜੇ ਸਾਡਾ ਸਿੱਖ ਤੂੰ ਇਹਨੂੰ ਕਿੱਦਾਂ ਫੜ ਲਿਆ ਵੀ? ਤੂੰ ਇੱਦਾਂ? ਕਹਿਣ ਲੱਗਾ ਮਹਾਰਾਜ ਜੀ ਮਾਫੀ ਦਿਓ ਮੈਨੂੰ ਜੇ ਮੇਰੇ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ, ਪਰ ਹੈ ਇੱਦਾਂ ਕਿ ਇਹ ਤੁਹਾਡਾ ਸਿੱਖ ਨਹੀਂ ਹੈਗਾ। ਉਹ ਕਹਿਣ ਲੱਗੇ, ਹੁਣ ਸਿੱਖ ਲਾਗੇ ਸਾਰੇ ਖੜੇ ਸੀ, ਪਤਾ ਉਹਨਾਂ ਨੂੰ ਦੱਸਣ, ਕਿਉਂਕਿ ਜੋ ਸਾਡੇ ਮਨ 'ਚ ਹੁੰਦਾ ਹੈ ਹਰ ਵੇਲੇ। ਉਹ ਕਹਿਣ ਲੱਗੇ ਮਹਾਰਾਜ ਜੀ ਤੁਹਾਡਾ ਸਿੱਖ ਨਹੀਂ ਹੈਗਾ, ਇਹ ਤੁਹਾਡਾ ਸਿੱਖ ਨਹੀਂ ਹੈ, ਮੇਰਾ ਸਿੱਖ ਹੈ। ਕਹਿੰਦੇ ਉਹ ਕਿੱਦਾਂ ਬਈ? ਕਹਿੰਦੇ ਜਦੋਂ ਸਾਰੀ ਰਾਤ ਇਹ ਉੱਪਰ ਚੜ੍ਹ ਕੇ ਸੁੱਤੇ ਰਹੇ ਨੇ, ਇਹਨਾਂ ਨੇ ਘੋੜਾ ਵੀ ਬੰਨਿਆ, ਉਹਨੇ ਗੰਦਮੰਦ ਵੀ ਕੀਤਾ ਉੱਤੇ, ਅਤੇ ਬਈ ਮੇਰੀ ਕੋਈ ਪੇਸ਼ ਨਹੀਂ ਗਈ ਇਹਨਾਂ 'ਤੇ, ਕਿਉਂ? ਉਦੋਂ ਤੱਕ ਇਹ ਤੁਹਾਡੇ ਡਰ ਦੇ ਵਿੱਚ, ਤੁਹਾਡੇ ਆਸਰੇ ਦੇ ਵਿੱਚ। ਪਰ ਜਦੋਂ ਇਹਨੇ ਸਵੇਰੇ ਉੱਠ ਕੇ ਇਹਨੇ ਮੇਰਾ ਡਰ ਫੜ ਲਿਆ, ਤੁਹਾਡਾ ਡਰ ਛੱਡ ਦਿੱਤਾ, ਜਦੋਂ ਇਹਦੇ ਮਨ 'ਚ ਇਹ ਆ ਗਿਆ ਮੇਰਾ ਡਰ, ਤੇ ਫਿਰ ਇਹ ਤੁਹਾਡਾ ਥੋੜ੍ਹਾ ਸੀ, ਫਿਰ ਤੇ ਮੇਰਾ ਹੋ ਗਿਆ ਨਾ ਇਹ। ਕਹਿੰਦੇ ਇਸ ਕਰਕੇ ਮੇਰਾ ਸੀ। ਇਸੇ ਤਰ੍ਹਾਂ ਹੀ ਸਾਡੇ ਮਨ ਦੇ ਵਿੱਚ ਜਦੋਂ ਅਸੀਂ ਗੁਰੂ ਦਾ ਆਸਰਾ ਛੱਡਦੇ ਹਾਂ, ਤੇ ਬਈ ਫਿਰ ਸਤਿਗੁਰਾਂ ਨੇ ਫਰਮਾਉਣਾ ਕਿ ਜੇ ਇੱਕ ਗੁਰੂ ਦਾ ਡਰ ਰੱਖ ਲਵੇ ਤੇ ਇਹਨੂੰ ਸਾਰੇ ਸੰਸਾਰ ਦੇ ਡਰ ਮਾਫ ਨੇ, ਪਰ ਜੇ ਗੁਰੂ ਦਾ ਡਰ ਛੱਡਦਾ ਹੈ ਤੇ ਸਾਰੇ ਸੰਸਾਰ ਦੇ ਡਰ ਇਹਨੂੰ ਚੰਬੜਨਗੇ, ਸਾਰਾ ਕੁਛ ਆਏਗਾ। ਇਸ ਲਈ ਉਹਨੇ ਫਰਮਾਇਆ ਕਿ ਬਈ ਹੈ ਤਾਂ ਉਹ ਪਾਰ ਬ੍ਰਹਮ ਪਰਮੇਸ਼ਵਰ ਹੈ, ਉਹ ਮਰਦਾ ਨਹੀਂ, ਉਹ ਜੰਮਦਾ ਨਹੀਂ, ਉਹਨੂੰ ਕੁਛ ਨਹੀਂ ਹੁੰਦਾ। ਪਰ ਉਹਨਾਂ ਨੇ ਕਿਹਾ ਕਿ ਗੁਰ ਸ਼ਬਦੀ ਸੱਚ ਜਾਣ, ਕਿ ਇਹ ਜਿਹੜਾ ਸੱਚ ਆ ਇਹ ਉੱਦਾਂ ਨਹੀਂ ਆਪਣੇ, ਇਹ ਸਤਿਗੁਰਾਂ ਦੇ ਬਚਨਾਂ 'ਤੇ ਚੱਲ ਕੇ ਹੀ ਇਸ ਸੱਚਾਈ ਦਾ ਪਤਾ ਲੱਗਦਾ ਹੈ। ਸਤਿਗੁਰਾਂ ਨੇ ਆਪਣੇ ਸਾਸਨ 'ਚ ਫਰਮਾਇਆ ਸੀ ਕਿ ਗੁਰੂ ਨੇ ਇਹਨੂੰ ਪੌੜੀ ਦਿੱਤੀ ਹੈ, ਇਹ ਚੜ੍ਹ ਕੇ ਦੇਖੇ ਤਾਂ ਸਹੀ ਗੁਰੂ ਦਾ ਸਰੂਪ, ਇਹ ਦੇਖੇ ਤਾਂ ਸਹੀ ਕਿ ਗੁਰੂ ਕੀ ਹੈ, ਇਹਨੂੰ ਪਤਾ ਲੱਗੇਗਾ। ਫਿਰ ਹਜੇ ਇੱਥੇ ਤੇ ਕੋਈ ਵੀ ਸਮੇਂ 'ਤੇ ਤੁਸੀਂ ਮੈਂ ਵੇਖ ਲਈ ਪਿੱਛੇ ਝਾਤੀ ਮਾਰ ਕੇ, ਚਾਹੇ ਉਹ ਰਾਮ ਜੀ ਦੇ ਟਾਈਮ ਦੇ ਉੱਤੇ, ਚਾਹੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਟਾਈਮ 'ਤੇ, ਦਸਮ ਪਾਤਸ਼ਾਹ ਦੇ, ਪੰਜਮ ਪਾਤਸ਼ਾਹ ਦੇ, ਉਸ ਟਾਈਮ ਦੇ ਉੱਤੇ ਅੱਜ ਤੇ ਅਸੀਂ ਕਿਹੜੇ ਐਂ ਕੌਮਾਂ ਦੀਆਂ ਕੌਮਾਂ ਕੁਰਬਾਨ ਹੋਣ ਨੂੰ ਤਿਆਰ ਹੈ। ਕਹਿੰਦੇ ਆ ਕਿ ਮਾੜਾ ਜਿਹਾ ਵੀ ਕੋਈ ਇਸ ਤਰ੍ਹਾਂ ਹੋ ਜਾਏ ਤੇ ਕਹਿੰਦੇ ਅਸੀਂ ਇਸ ਤਰ੍ਹਾਂ, ਪਰ ਉਸ ਟਾਈਮ 'ਤੇ ਦੇਖੀਏ ਕਿ ਉਸ ਟਾਈਮ 'ਤੇ ਕਿੰਨੇ ਕੁ ਸਿੱਖ ਸੀ ਜਿਨ੍ਹਾਂ ਨੂੰ ਇੰਨਾ ਵਿਸ਼ਵਾਸ ਸੀ। ਕਿਸੇ ਨੇ ਉਹਨਾਂ ਨੂੰ ਭੂਤਨਾ ਕਰਾਈਆ ਕਿਹਾ, ਕਿਸੇ ਨੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਤਾ, ਕਿਸੇ ਨੇ ਦੇਗਾਂ 'ਚੋਂ ਬਾਲ ਦਿੱਤਾ, ਕਿਸੇ ਨੇ ਸ਼ੀਸ਼ ਲੈ ਲਿਆ। ਸਿੱਖ ਵੀ ਇੱਕ ਟਾਈਮ ਆਇਆ ਕਿ ਬਦਾਵੇ ਲਿਖ ਕੇ ਦੇਤੇ, ਕਿਉਂਕਿ ਉਸ ਟਾਈਮ ਦੇ ਉੱਤੇ ਸਾਨੂੰ ਉਹ ਜਿਹੜਾ ਸਰੂਪ ਜਿਹੜਾ ਬਾਹਰ ਵਾਲਾ ਜਿਹੜਾ ਦਿਸ ਰਿਹਾ ਹੁੰਦਾ ਹੈ, ਉੱਥੋਂ ਅਸੀਂ ਧੋਖਾ ਖਾਂਦੇ ਹਾਂ। ਇਸ ਕਰਕੇ ਸਤਿਗੁਰਾਂ ਨੇ ਫਰਮਾਉਣਾ ਕਿ ਬਈ ਹੁਣ ਬਾਣੀ 'ਚ ਉਹਨੂੰ ਫਰਮਾਇਆ ਹੈ ਕਿ ਗੁਰੂ ਜਿਹਾ ਨਾ ਹੀ ਕੋਈ ਦੇਵ, ਪਰ ਜਿਸਕੇ ਧੁਰ ਮਸਤਕ ਭਾਗ ਸੋ ਲਾਗਾ ਸੇਵ। ਫਿਰ ਉਹਨੇ ਫਰਮਾਇਆ ਕਿ ਮਤ ਕੋਈ ਭਰਮ ਭੁੱਲੇ ਸੰਸਾਰ,
गुर बिन कोई ना उतरस पार। कई जगह ते उन्होंने बड़े पक्याई शब्द, पर फिर भी मन डावाडोल लेंदा, क्योंकि बाहर ਦੀਆਂ जिस तरह ਦੇ ਹੁੰਦੇ ਨੇ ਉਹ ਲੈ ਕੇ ਅਸੀਂ ਉਹਨਾਂ ਚੀਜ਼ਾਂ ਨੂੰ ਪਕੜੀ ਰੱਖਦੇ ਜੋ ਗੁਰੂ ਦੇਣਾ ਚਾਹੁੰਦਾ ਹੈ, ਜੋ ਗੁਰੂ ਕਰਨਾ ਚਾਹੁੰਦਾ। ਮੈਂ ਕੱਲ ਵੀ ਪਰਸੋਂ ਬੇਨਤੀ ਉਹ ਸਤਸੰਗ 'ਚ ਕੀਤੀ ਸੀ ਕਿ ਸਤਿਗੁਰਾਂ ਨੇ ਫਰਮਾਉਣਾ ਕਿ ਗੁਰੂ ਇੱਥੇ ਕੁਛ ਵੀ ਸੰਸਾਰੀ ਕੋਈ ਵੀ ਕੰਮ ਕਰਾਉਣ ਵਾਸਤੇ ਨਹੀਂ ਆਇਆ। ਗੁਰੂ ਮਹਾਰਾਜ ਦਾ ਆਪਾਂ ਸਤਸੰਗ ਸੁਣਿਆ ਰਸਾਲਿਆਂ ਦੇ ਵਿੱਚ, ਗੁਰੂ ਮਹਾਰਾਜ ਸਾਫ ਕਿ ਨਾ ਗੁਰੂ ਇੱਥੇ ਕੋਠੀਆਂ ਕਾਰਾਂ ਦੇਣ ਆਇਆ ਏ, ਨਾ ਗੁਰੂ ਮੁੰਡੇ ਕੁੜੀਆਂ ਦੇਣ ਆਇਆ ਏ, ਨਾ ਗੁਰੂ ਇੱਥੇ ਕੋਈ ਸੰਸਾਰੀ ਤੌਰ 'ਤੇ ਕੋਈ ਇਹੋ ਜਿਹੀਆਂ ਸਾਨੂੰ ਕੋਈ ਬਿਮਾਰੀਆਂ ਛਡਾਉਣ ਵਾਸਤੇ ਆਇਆ। ਸਤਿਗੁਰੂ ਨੇ ਫਰਮਾਇਆ ਉਹ ਤਾਂ ਬਈ ਸਭ ਕੁਛ ਇੱਥੋਂ ਛਡਾਉਣ ਆਇਆ, ਤੁਹਾਨੂੰ ਕੱਲੀਆਂ ਇੱਥੋਂ ਦੀਆਂ ਇਹ ਤਕਲੀਫਾਂ ਨੇ ਤੁਹਾਨੂੰ ਹੀ ਛਡਾਉਣ ਆਇਆ ਹੈ। ਲੇਕਿਨ ਹਾਂ ਫਿਰ ਵੀ ਮੁਰਾਦਾਂ ਪੂਰੀਆਂ ਕਰਦੇ ਨੇ, ਸਭ ਕੁਛ ਕਰਦੇ ਨੇ, ਪਰ ਕਦੋਂ ਕਰਦੇ ਨੇ? ਜਿਸ ਚੀਜ਼ ਦਾ, ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਸੱਚ ਫਰਮਾਇਆ ਸੀ ਕਿ ਬਈ ਜਿਸ ਚੀਜ਼ ਦੀ ਉਹਨਾਂ ਨੇ ਹੱਟੀ ਪਾਈ ਹੈ, ਦੁਕਾਨ ਪਾਈ ਹੈ, ਜੇ ਕੋਈ ਉਹ ਮਾਲ ਲਵੇ, ਉਹਦਾ ਕੋਈ ਗਾਹਕ ਹੋਵੇ ਤੇ ਉਹਨੂੰ ਫਿਰ ਇਹ ਝੁੰਗਾ ਮਿਲਦਾ ਹੈ। ਹਾਂ, ਜਾਂ ਤੋਰਨ ਵਾਸਤੇ ਇਹਨੂੰ ਕਿਸੇ, ਤੇ ਫਿਰ ਉਹ ਕਰਦੇ ਨੇ। ਪਰ ਫਿਰ ਵੀ ਅਸੀਂ ਡਾਵਾਂਡੋਲ, ਕਈ ਵਾਰ ਅਸੀਂ ਦੇਖੀਏ, ਕਈ ਵਾਰ ਅਸੀਂ ਇਸ ਜ਼ੁਬਾਨ ਨਾਲ ਸ਼ੁਕਰਾਨਾ ਕੀਤਾ ਹੋਏਗਾ, ਕਈ ਵਾਰ ਅਸੀਂ ਮੰਨਿਆ ਹੋਏਗਾ ਕਿ ਹਾਂ ਨਹੀਂ ਗੁਰੂ ਧੰਨ ਨੇ, ਗੁਰੂ ਧੰਨ ਨੇ, ਬਈ ਗੁਰੂ ਸਭ ਕੁਛ ਕਰ ਰਿਹਾ ਹੈ, ਪਰ ਫਿਰ ਅਸੀਂ ਅਕਿਰਤਘਣ ਬਣ ਜਾਂਦੇ ਹਾਂ। ਫਿਰ ਉਹ ਜਿਹੜੀ ਚੀਜ਼ ਹੁੰਦੀ ਹੈ, ਜਿਹੜੀ ਸਾਡੀ ਜਿਹੜੀ ਕਚਿਆਈ ਹੈ, ਉਹਨੂੰ ਦੂਰ ਕਰਨ ਵਾਸਤੇ, ਕਚਿਆਈ ਨੂੰ ਦੂਰ ਕਰਨ ਵਾਸਤੇ ਉਹ ਦੇਰ ਹੁੰਦੀ ਹੈ। ਕਿ ਉਹਨੇ ਫਰਮਾਇਆ ਜ਼ਰੂਰ ਇਹ ਹੋ ਗਿਆ, ਪਲਟੂ ਲਿਖੀ ਨਸੀਬ ਕੀ ਸੰਤ ਦੇਤ ਹੈ ਫੇਰ, ਮਨ ਆਪਣਾ ਸਾਚਾ ਨਹੀਂ ਤਾਂ ਬਿਦ ਲਾਗੇ ਦੇਰ। ਹੁਣ ਜਿਸ ਤਰ੍ਹਾਂ ਉਹਨੇ ਕਿਹਾ ਕਿ ਗੁਰ ਸ਼ਬਦੀ ਸੱਚ ਜਾਣ, ਅਸੀਂ ਆਪਣੇ ਹਿਸਾਬ ਨਾਲ ਤੇ ਅਸੀਂ ਸਭ ਸਹੀ ਹਾਂ ਸਾਰੇ। ਅਸੀਂ ਚਾਹੇ ਕੋਈ ਛੋਟਾ ਜਿਹਾ ਬੱਚਾ ਹੈ ਤੇ ਚਾਹੇ ਕੋਈ ਬਜ਼ੁਰਗ ਹੈ, ਹਰ ਇੱਕ ਬੰਦੇ ਨੂੰ ਇਹੋ ਲੱਗਦਾ ਕਿ ਮੈਂ ਸਹੀ ਹਾਂ, ਮੈਂ ਗਲਤ ਨਹੀਂ ਹਾਂ, ਮੈਂ ਨਾਮ ਵੀ ਲਿਆ ਹੈ, ਮੈਂ ਪੂਜਾ ਪਾਠ ਵੀ ਕਰਦਾ ਹੈ, ਮੈਂ ਸੇਵਾ ਵੀ ਕਰਦਾ ਹੈ, ਮੈਂ ਸੇਵਾ ਕਰਕੇ ਵੀ ਆਉਣਾ ਹੈ, ਮੈਂ ਤਾਂ ਆਪਣੇ ਆਪ ਨੂੰ ਪੂਰਾ ਜਿਸ ਤਰ੍ਹਾਂ ਕਰਦਾ ਹੈ। ਪਰ ਬਈ ਗੁਰੂ ਦੇ ਬਚਨਾਂ ਦੇ ਮੁਤਾਬਕ ਦੇਖਣਾ ਹੈ ਕਿ ਵਾਕਈ ਹੀ ਜੋ ਅਸੀਂ ਕਰ ਰਹੇ ਸਹੀ ਹਾਂ। ਆਪਣੇ ਮਨ ਦੇ ਤਰੀਕੇ ਨਾਲ ਨਹੀਂ ਕਿ ਮਨ ਨੇ ਕਹਿ ਦਿੱਤਾ ਸੀ, ਮਨ ਤਾਂ ਹਰ ਇੱਕ ਨੂੰ ਕਹਿੰਦਾ ਉਸ ਚੀਜ਼ ਨੂੰ, ਪਰ ਗੁਰੂ ਦੇ ਬਚਨਾਂ ਦੇ ਮੁਤਾਬਕ ਦੇਖੀਏ ਕਿ ਗੁਰੂ ਦੇ ਬਚਨਾਂ ਦੇ ਮੁਤਾਬਕ ਅਸੀਂ ਪੂਰੇ ਉਤਰ ਰਹੇ। ਹਾਂ, ਜੇ ਉਹ ਚੀਜ਼ ਬਣ ਗਈ ਤਾਂ ਇਹ ਫਿਰ ਪੱਕਾ ਕਿ ਗੁਰੂ ਕਾ ਸੇਵਕ ਦਹਿ ਦੇਸ ਜਾਪੇ, ਗੁਰੂ ਕੇ ਸਿੱਖ ਕੋ ਦੁੱਖ ਨਾ ਵਿਆਪੇ। ਹੁਣ ਉਹਨਾਂ ਨੇ ਕੋਈ ਝੂਠ ਨਹੀਂ ਬੋਲਿਆ, ਜੋ ਕਿਹਾ ਹੈ ਸੱਚ ਕਿਹਾ ਹੈ। ਪਰ ਜਿਸ ਤਰ੍ਹਾਂ ਸਾਡੀ ਜਿੰਨੀ ਪਹੁੰਚ ਹੈ, ਜਿਸ ਤਰ੍ਹਾਂ ਮੈਂ ਇੱਕ ਵਾਰੀ ਸੁਣਾਇਆ ਸੀ ਕਿ ਖੂਹ ਦਾ ਡੱਡੂ ਇੱਕ ਬਾਹਰੋਂ ਕੋਈ ਸਮੁੰਦਰ ਦੇ ਵਿੱਚੋਂ ਕੋਈ ਰੁੜ ਕੇ ਆ ਗਿਆ ਡੱਡੂ, ਕਿਤੇ ਬਾਰਿਸ਼ ਹੋਈ ਜ਼ਿਆਦਾ, ਅਤੇ ਖੂਹ ਵਾਲੇ ਡੱਡੂ ਨੂੰ ਉਹਨੂੰ ਪੁੱਛਿਆ ਤੂੰ ਕਿੱਥੋਂ ਆਇਆ? ਕਹਿੰਦਾ ਮੈਂ ਸਮੁੰਦਰ 'ਚੋਂ। ਕਹਿੰਦਾ ਉਹ ਕਿੱਦਾਂ ਦਾ ਹੁੰਦਾ ਹੈ? ਕਹਿੰਦਾ ਬੜਾ ਵੱਡਾ ਹੁੰਦਾ, ਬੜਾ ਵੱਡਾ। ਹੁਣ ਜਿਹੜਾ ਵਿਚਾਰਾ ਜਨਮ ਹੀ ਜਿਹਨੇ ਖੂਹ 'ਚ ਲਿਆ ਹੈ, ਉਹਨੇ ਤਾਂ ਬਾਹਰ ਵੇਖਿਆ ਨਹੀਂ ਕਦੀ। ਉਹਨੇ ਇੱਕ ਛਾਲ ਜੀ ਮਾਰੀ, ਕਹਿੰਦਾ ਐਡਾ ਵੱਡਾ ਹੁੰਦਾ ਹੈ? ਕਹਿੰਦਾ ਨਹੀਂ ਬਹੁਤ ਵੱਡਾ ਹੁੰਦਾ। ਉਹਨੇ 2-4 ਹੋਰ ਛਾਲਾਂ ਮਾਰ ਲਈਆਂ, ਕਹਿੰਦਾ ਐਡਾ ਵੱਡਾ? ਕਹਿੰਦਾ ਨਹੀਂ ਤੈਨੂੰ ਦੱਸਿਆ ਬਹੁਤ ਵੱਡਾ ਹੁੰਦਾ ਹੈ। ਫਿਰ ਉਹ ਇੱਕ ਖੂਹ ਦੇ ਇੱਕ ਸਿਰੇ ਤੋਂ ਲੱਗਾ ਕਰਕੇ ਘੁੰਮ ਕੇ ਫਿਰ ਉੱਥੇ ਆ ਗਿਆ, ਕਹਿੰਦਾ ਐਡਾ ਵੱਡਾ ਹੁੰਦਾ ਹੈ? ਕਹਿੰਦਾ ਨਹੀਂ ਇਹ ਤਾਂ ਕੁਛ ਵੀ ਨਹੀਂ, ਬਹੁਤ ਵੱਡਾ ਹੁੰਦਾ ਹੈ। ਹੁਣ ਵਿਚਾਰੇ ਨੇ ਜਿਹਨੇ ਵੇਖਿਆ ਉਹ ਕਹਿੰਦਾ ਝੂਠ ਨਾ ਬੋਲ, ਇਹ ਤੋਂ ਵੱਡਾ ਤਾਂ ਹੁੰਦਾ ਹੀ ਕੁਛ ਨਹੀਂ ਹੈਗਾ। ਕਹਿੰਦਾ ਤੂੰ ਝੂਠ ਬੋਲਣ ਦੇ, ਇਸ ਤੋਂ ਵੱਡਾ ਤਾਂ ਹੁੰਦਾ ਹੀ ਕੁਛ ਨਹੀਂ ਹੈ। ਹੁਣ ਇਸੇ ਤਰ੍ਹਾਂ ਸਾਡੇ ਜਿੰਨਾ ਦਿਮਾਗ ਦਾ ਦਾਇਰਾ ਹੈ ਉਹਨਾਂ ਕੁ ਸੱਚ ਲੱਗਦਾ ਹੈ, ਉਹਨਾਂ ਕੁ ਲੱਗਦਾ ਕਿ ਹਾਂ ਆਹ ਠੀਕ ਹੈ, ਆਹ ਗੱਲ ਤਾਂ ਇੱਥੋਂ ਤੱਕ। ਜੇ ਉਸ ਦਾਇਰੇ ਤੋਂ ਬਾਹਰ ਦੀ ਕੋਈ ਗੱਲ ਆ ਜਾਏ, ਸਾਨੂੰ ਲੱਗਦਾ, ਮੈਨੂੰ ਯਾਦ ਹੈ ਆਹ ਕਿੱਡੀ ਕੁ ਪੁਰਾਣੀ ਕਿਤੇ ਗੱਲ ਹੈ, ਕੋਈ 30 ਸਾਲ 25-30 ਸਾਲ ਪਿੱਛੇ ਚਲੇ ਜਾਈਏ, ਅਤੇ ਮੈਨੂੰ ਯਾਦ ਹੈ ਕਿ ਉਦੋਂ ਨਾ ਆਹ ਟੈਲੀਫੋਨ ਦੂਸਰੇ ਘਰਾਂ 'ਚ ਲੱਗੇ ਹੁੰਦੇ ਸੀ ਇਹ ਛੱਤ ਜਿਹੜੇ, ਅਤੇ ਉਦੋਂ ਕਿਸੇ ਨੇ ਇਸ ਤਰ੍ਹਾਂ ਗੱਲਾਂ ਚੱਲਣੀ ਸੁਣਨਾ ਕਿ ਬਈ ਇਹੋ ਜਿਹੇ ਫੋਨ ਆ ਜਾਣੇ ਆ, ਜਿੱਥੇ ਮਰਜ਼ੀ ਤੁਰੇ ਫਿਰੋ, ਤੁਸੀਂ ਜਿੱਥੇ ਮਰਜ਼ੀ ਗੱਲ ਕਰ ਸਕਦੇ ਹੋ, ਭਾਵੇਂ ਬਾਹਰਲੇ ਦੇਸ਼ ਗੱਲ ਕਰੋ, ਤੁਸੀਂ ਭਾਵੇਂ ਪੈਲੀਆਂ 'ਚ ਵੀ ਖੜ੍ਹੇ ਹੋ ਨਾ, ਤੁਸੀਂ ਉੱਥੋਂ ਉੱਥੇ ਗੱਲ ਕਰ ਸਕਦੇ ਹੋ ਬਾਹਰ, ਭਾਵੇਂ ਬਾਹਰ। ਫਿਰ ਇਹ ਵੀ ਹੈ ਕਿ ਤੁਸੀਂ ਉਹਦੀ ਫੋਟੋ ਵੀ ਮਤਲਬ ਤੁਸੀਂ ਸਾਹਮਣੇ ਵੇਖ ਕੇ ਗੱਲ ਕਰ ਸਕਦੇ ਹੋ। ਅਤੇ ਹੁਣ ਜਿਹੜੀ ਚੀਜ਼ ਦੇਖੀ ਨਹੀਂ ਸੀ, ਯਕੀਨ ਨਹੀਂ ਸੀ ਆਉਂਦਾ ਹੁੰਦਾ, ਕਹਿਣਾ ਬਿਨਾਂ ਤਾਰ ਤੋਂ ਉਹ ਕਿੱਦਾਂ ਉਹ ਆਹ ਗੱਲ ਹੋਏਗੀ, ਇਹ ਝੂਠ ਹੀ। ਇਹ ਕਹਿੰਦੇ ਬੰਦੇ ਕੋਲ ਇਹੋ ਜਿਹਾ ਫੋਨ ਆ ਜਾਣਾ, ਹਰ ਇੱਕ ਬੰਦੇ ਦੇ ਕੋਲ ਆਪਣਾ ਨੰਬਰ ਹੋਏਗਾ। ਪਰ ਉਹ ਯਕੀਨ ਨਹੀਂ ਸੀ ਆਉਂਦਾ, ਕਿਉਂਕਿ ਜਦੋਂ ਸਾਡੀ ਉੱਥੋਂ ਤੱਕ ਹੈ ਹੀ ਨਹੀਂ ਉਹ ਪੜ੍ਹਾਈ ਲਿਖਾਈ ਜਾਂ ਕੁਛ ਵੀ, ਜਦੋਂ ਚੀਜ਼ਾਂ ਆ ਗਈਆਂ ਵਾਕਿਆ ਹੋ ਗਿਆ ਕਿ ਨਹੀਂ ਠੀਕ ਹੈ। ਇਸੇ ਤਰ੍ਹਾਂ ਹੀ ਜਿੰਨਾ ਸਾਡਾ ਦਾਇਰਾ ਹੁੰਦਾ ਹੈ ਉਨੀ ਕੁ ਅਸੀਂ ਸਮਝ, ਉਸ ਤੋਂ ਅੱਗੇ ਅਸੀਂ ਜਾਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਪਰ ਉਹਨੇ ਸਤਿਗੁਰੂ ਨੇ ਸਾਫ਼ ਫਰਮਾਤਾ ਕਿ ਗੁਰ ਸ਼ਬਦੀ ਸੱਚ ਜਾਣ, ਗੁਰੂ ਦੇ ਵਚਨਾਂ ਦੇ ਉੱਤੇ ਪੱਕੇ ਹੋ ਕੇ ਚੱਲੋ, ਪਤਾ ਚੱਲ ਜਾਏਗਾ ਸੱਚ ਕੀ ਹੈਗਾ ਕੀ ਹੈ। ਹਾਂਜੀ ਅੱਗੇ ਬੇਟੇ। ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ
ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਤੀਰ। ਸਵਾਰਥ ਸੁਆਓ ਨਾ ਕੋ ਕਰੇ, ਨਾ ਕਿਛ ਹੋਵੈ ਕਾਜ। ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਨਿਹਚਲ ਹੋਵੈ ਰਾਜ। ਹੁਣ ਉਸੇ ਚੀਜ਼ ਦੇ ਉੱਤੇ ਹੋਰ ਸਾਨੂੰ ਪਕਿਆਈ ਵਾਸਤੇ, ਕਿਉਂਕਿ ਮੁਸ਼ਕਲਾਂ ਅਲੱਗ-ਅਲੱਗ ਤਰ੍ਹਾਂ ਦੀਆਂ ਨੇ, ਕਿਸੇ ਨੂੰ ਕਿਸੇ ਤਰ੍ਹਾਂ ਦੀ, ਕਿਸੇ ਨੂੰ ਕਿਸੇ ਤਰ੍ਹਾਂ ਦੀ ਹੈ। ਹੁਣ ਉਹ ਵੀ ਖੋਲ੍ਹ ਕੇ ਅੱਗੇ ਹੋਰ ਫਰਮਾ ਰਹੇ ਨੇ, ਕਹਿੰਦੇ ਜੇ ਕੋਈ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋਈ ਦੇਵੇ ਧੀਰ। ਕਹਿੰਦੇ ਬਿਲਕੁਲ ਇਹ ਦੁਬਲਾ ਪਤਲਾ, ਮਤਲਬ ਕਿ ਭੁੱਖ ਦਾ ਮਰਿਆ ਹੋਵੇ, ਇਹਦੇ 'ਚ ਮਾਸਾ ਜਿੰਨਾ ਕਿਤੇ ਆਸਰਾ ਨਾ ਹੋਵੇ, ਮਾਸਾ ਜਿੰਨਾ ਕਿਤੇ ਕੋਈ ਕਿਸੇ ਤਰ੍ਹਾਂ ਦੀ ਇਹਦੇ 'ਚ ਜਾਨ ਨਾ ਹੋਵੇ। ਦਮੜਾ ਪੱਲੇ ਨਾ ਪਵੇ ਨਾ ਕੋਈ ਦੇਵੇ ਧੀਰ, ਕਿ ਇਹਦੇ ਕੋਲ ਆਪਣਾ ਵੀ ਕੁਛ ਨਾ ਹੋਵੇ ਅਤੇ ਨਾ ਹੀ ਕੋਈ ਇਹਨੂੰ ਕੋਈ ਆਸਰਾ, ਕੋਈ ਧੀਰਜ ਦੇਣ ਵਾਲਾ ਵੀ ਹੋਵੇ। ਕਈ ਵਾਰੀ ਹੁੰਦਾ ਨਹੀਂ, ਪਰ ਕੋਈ ਕਹਿ ਦਿੰਦਾ ਕੋਈ ਗੱਲ ਨਹੀਂ, ਫਿਕਰ ਨਾ ਕਰ, ਫਿਕਰ ਨਾ ਕਰ, ਕੋਈ ਨਾ। ਕਹਿੰਦੇ ਕੋਈ ਇਹਨੂੰ ਧੀਰਜ ਦੇਣ ਵਾਲਾ ਵੀ ਨਾ ਹੋਵੇ। ਅੱਗੇ ਫਰਮਾਇਆ ਸਵਾਰਥ ਸੁਆਓ ਨਾ ਕੋਈ ਕਰੇ, ਨਾ ਕੁਛ ਹੋਵੇ ਕਾਜ। ਜੋ ਵੀ ਸਵਾਰਥ ਦੇ ਕੋਈ ਜਿੰਨੇ ਸਾਡੇ ਕੰਮ ਨੇ, ਕਹਿੰਦੇ ਕੋਈ ਵੀ ਇਹਦਾ ਸਿਰੇ ਨਾ ਚੜ੍ਹੇ, ਹਰ ਕੰਮ ਦੇ ਵਿੱਚ ਅੜਚਨ ਪੈ ਰਹੀ ਹੋਵੇ, ਕੋਈ ਕੁਛ ਨਾ ਹੋਵੇ ਕਾਜ, ਕੋਈ ਵੀ ਕਾਰਜ ਜਿਹੜਾ ਪੂਰਾ ਨਾ ਹੁੰਦਾ ਹੋਵੇ, ਅਤੇ ਤਾਂ ਵੀ ਕਿਹਾ ਕਿ ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਨਿਸ਼ਚਲ ਹੋਵੇ ਰਾਜ। ਕਹਿੰਦੇ ਜੇ ਉਹ ਕਿਤੇ ਗੱਲ ਬਣ ਗਈ ਅਤੇ ਬਈ ਸਤਿਗੁਰ ਇਹਦਾ ਰਾਜ ਜਿਹੜਾ ਅੰਦਰੋਂ ਆਤਮਿਕ ਅਵਸਥਾ ਇੰਨੀ ਉੱਚੀ ਕਰ ਦੇਣਗੇ ਇਹਦੀ, ਕਿ ਬਈ ਇਹਨੂੰ ਕੋਈ ਫਰਕ ਨਹੀਂ ਕਿਸੇ ਚੀਜ਼ ਨਾਲ, ਇਹਦਾ ਰਾਜ ਹਮੇਸ਼ਾ ਉੱਦਾਂ ਹੀ, ਇਹਦਾ ਨਹੀਂ ਕੋਈ ਉਜਾੜ ਸਕਦਾ। ਜਿਨ੍ਹਾਂ ਸਤਿਗੁਰਾਂ ਦੀ ਗੱਲ ਕੀਤੀ ਹੈ ਪਿੱਛੇ, ਬਾਹਰਲੇ ਤੌਰ ਦੇ ਉੱਤੇ ਉਹਨਾਂ ਦੇ ਮਹਿਲ ਜਿਹੜੇ ਸੀ ਖੋਲ੍ਹੇ ਗਏ, ਘਰਾਂ ਬਾਰਾਂ ਨੂੰ ਅੱਗ ਲਾ ਦਿੱਤੀ ਗਈ, ਕੱਢ ਦਿੱਤਾ ਗਿਆ, ਪਰ ਜਿਹੜੇ ਰਾਜ ਦੇ ਉਹ ਮਾਲਕ ਸੀ ਉਹਨੂੰ ਉਹ ਕੋਈ ਨਹੀਂ ਖੋਜ ਸਕਿਆ ਉਹਨਾਂ ਨੂੰ। ਕਿਉਂਕਿ ਚਿਹਰੇ 'ਤੇ ਹੁਣ ਬਾਹਰੋਂ ਕਿਸੇ ਨੇ ਪੈਸਾ ਕਮਾਇਆ ਹੋਵੇ ਅਤੇ ਕੋਈ ਪੈਸਾ ਖੋਹ ਲਵੇ, ਅਤੇ ਬਈ ਕਿਉਂ ਨਹੀਂ ਆਉਂਦਾ, ਫਰਕ ਆਉਂਦਾ ਹੈ। ਪਰ ਜਿਹੜੀ ਚੀਜ਼ ਸਾਨੂੰ ਗੁਰੂ ਕਮਾਉਣ ਵਾਸਤੇ ਕਹਿੰਦਾ ਹੈ, ਉਹ ਕੋਈ ਖੋਹ ਨਹੀਂ ਸਕਦਾ ਕੋਈ ਵੀ। ਜਾਂ ਜਿਹੜੀ ਦਇਆ ਸਤਿਗੁਰ ਕਰਦੇ ਨੇ, ਜਿਹੜੀ ਚੀਜ਼ ਸਾਨੂੰ ਦੇ ਦਿੰਦੇ ਨੇ, ਉਹ ਕੋਈ ਨਹੀਂ ਖੋਹ ਸਕਦਾ, ਉਹ ਕੋਈ ਵੀ ਉਹਨੂੰ ਹਿਲਾ ਨਹੀਂ ਸਕਦਾ। ਇਸ ਕਰਕੇ ਸੁਣਾਇਆ ਕਿ ਬਈ ਨਿਸ਼ਚਲ ਹੋਵੇ ਰਾਜ। ਅਸੀਂ ਚੱਲ ਕੇ ਤਾਂ ਦੇਖੀਏ ਉੱਤੇ ਸਾਡਾ ਰਾਜ ਕਿਉਂ, ਅਸੀਂ ਕਦੀ ਤਾਂ ਅਸੀਂ ਕਹਿੰਦੇ ਹਾਂ ਬੱਲੇ ਬੱਲੇ ਬੜੀ ਗੁਰੂ ਦੀ ਦਇਆ, ਬੱਲੇ ਬੱਲੇ ਬੜੀ ਗੁਰੂ ਦੀ ਦਇਆ, ਬੜਾ ਕੁਛ ਗੁਰੂ ਨੇ ਕੀਤਾ, ਬੜਾ ਕੁਛ ਗੁਰੂ ਨੇ ਕੀਤਾ। ਫਿਰ ਕੁਝ ਦਿਨ ਐਸਾ ਹੁੰਦਾ, ਸਾਡਾ ਬਣਿਆ ਕੀ, ਸਾਨੂੰ ਮਿਲਿਆ ਕੀ, ਸਾਡਾ ਹੋਇਆ ਕੀ, ਸਾਡੀ ਸੁਣੀ ਕਦੋਂ, ਇਹ ਕੀ ਹੈ। ਕਦੀ ਤਾਂ ਅਸੀਂ ਰਾਜੇ ਮਹਾਰਾਜੇ ਅਤੇ ਕਦੀ ਅਸੀਂ ਬਿਲਕੁਲ ਮੰਗਤੇ। ਇਹ ਰਾਜ ਨਿਸ਼ਚਲ ਜਿਹੜਾ ਕਿਉਂ ਨਹੀਂ ਹੋ ਰਿਹਾ, ਕਿਉਂਕਿ ਗੱਲ ਅਜੇ ਬਣੀ ਨਹੀਂ ਹੈਗੀ। ਉਹ ਜਿਹੜੀ ਜੋ ਗੁਰੂ ਕਹਿ ਰਿਹਾ ਹੈ, ਉੱਥੋਂ ਉਸ ਅਵਸਥਾ ਤੱਕ ਅਸੀਂ ਜੇ ਪਹੁੰਚੇ ਨਹੀਂ ਹੈਗੇ। ਹਾਂਜੀ ਬੇਟੇ ਅੱਗੇ। ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ। ਗ੍ਰਹਸਥੀ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ। ਗੌਨ ਕਰੇ ਚੌਕੁੰਟ ਕਾ, ਕੜੀ ਨਾ ਬੈਸਨ ਸੋਏ। ਚਿਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਹੁਣ ਸ਼ੋਭਾ ਬਾਰ-ਬਾਰ ਉਸੇ ਚੀਜ਼ ਦੀ ਹੀ ਹੋ ਰਹੀ ਹੈ। ਹੁਣ ਕਿਹਾ ਕਿ ਸਤਿਗੁਰ ਦੇ ਭੁੱਲਿਆਂ ਵਿਆਪਣ ਸਭੇ ਰੋਗ। ਰੋਗ ਹੋਰ ਕੋਈ ਹੈ, ਰੋਗ ਦਾ ਹੋਰ ਕੋਈ ਕਾਰਨ ਨਹੀਂ ਹੈਗਾ। ਅਸੀਂ ਕਹਿੰਦੇ ਹਾਂ ਸਾਡੇ ਉਹ ਦੁਸ਼ਮਣ, ਸਾਡੇ ਆ ਇਸ ਤਰ੍ਹਾਂ, ਪਰ ਸਤਿਗੁਰਾਂ ਨੇ ਸਾਫ਼ ਹੀ ਫਰਮਾ ਦਿੱਤਾ ਕਿ ਸਤਿਗੁਰ ਦੇ ਭੁੱਲਿਆਂ, ਉਹਦੇ ਭੁੱਲਿਆਂ ਵਿਆਪਣ ਸਭੇ, ਕਿ ਜਦੋਂ ਉਹਨੂੰ ਭੁੱਲ ਕੇ ਜਗ੍ਹਾ ਖਾਲੀ, ਫਿਰ ਕੋਈ ਵੀ ਚੀਜ਼ ਉੱਥੇ ਆ ਸਕਦੀ ਹੈ। ਉਹਨਾਂ ਨੇ ਫਰਮਾਇਆ ਹੈ
कि जाको चिंता बहुत बहुत देही व्यापे रोग ਗ੍ਰਸਤ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋਗ। ਜਿਸ ਤਰ੍ਹਾਂ ਹੁਣੇ ਆਪਾਂ ਜਿਹੜੀ ਗੱਲ ਕੀਤੀ ਕਿ ਕਦੀ ਤੇ ਬੜੀ ਚਿੰਤਾ ਹੋ ਜਾਂਦੀ ਹੈ, ਕਦੀ ਕਿਸੇ ਸੰਸਾਰੀ ਚੀਜ਼ਾਂ ਦੀ ਆਪਣਿਆਂ ਜਿਹੜੇ ਰਿਸ਼ਤੇ ਨਾਤਿਆਂ ਦੀ ਚਿੰਤਾ ਹੈ, ਜੇ ਉਧਰੋਂ ਥੋੜ੍ਹਾ ਜਿਹਾ ਹੁੰਦਾ ਹੈ ਆਪਣੇ ਦੇਹ ਕੋਈ ਨਾ ਕੋਈ ਰੋਗ ਐਸਾ ਲੱਗ ਜਾਂਦਾ ਬੰਦਾ ਕਹਿੰਦਾ ਤਾਂ ਚਿੰਤਾ ਲੱਗ ਗਈ ਉਸ ਚੀਜ਼ ਦੀ। ਕਦੀ ਕਿਸੇ ਦੀ ਹੈ ਕਦੀ ਆਪਣੀ ਆ, ਕਦੀ ਹਰਕ ਕਦੀ ਸੋ, ਕਦੀ ਤਾਂ ਬੜੀ ਖੁਸ਼ੀ ਕਿਸੇ ਚੀਜ਼ ਕਰਨ ਕਰਕੇ ਬੜੀਆਂ ਖੁਸ਼ੀਆਂ ਪਾਰਟੀਆਂ ਹੋ ਰਹੀਆਂ ਨੇ, ਕਿਤੇ ਉੱਥੇ ਮੇਲੇ ਲੱਗੇ ਪਏ ਨੇ, ਅਤੇ ਕਦੀ ਇੱਕਦਮ ਹੀ ਬਿਲਕੁਲ ਸੋਗ। ਫਿਰ ਅੱਗੇ ਫਰਮਾਇਆ ਕਿ ਗੌਣ ਕਰੇ ਚਾਹੂੰ ਕੁੰਡ ਕਾ ਘੜੀ ਨਾ ਬੈਸਣ ਸੋਏ। ਕਹਿੰਦੇ ਕਿ ਇੰਨੀਆਂ ਮੁਸ਼ਕਿਲਾਂ ਹੋ ਜਾਣ ਕਿ ਇਹ ਦਰ ਦਰ ਭਟਕਦਾ ਫਿਰ ਉਹਦੇ ਹੱਲ ਵਾਸਤੇ ਇਹਦਾ ਇੱਕ ਪਲ ਵੀ ਘਰ ਪੈਰ ਨਾ ਟਿਕਦਾ ਹੋਵੇ। ਕਦੀ ਕਿਸੇ ਡਾਕਟਰ ਕੋਲ, ਕਦੀ ਕਿਸੇ ਪੀਰ ਕੋਲ, ਕਦੀ ਕਿਸੇ ਜਗ੍ਹਾ ਦੇ ਉੱਤੇ, ਕਦੀ ਕਿਤੇ ਮੱਥਾ ਟੇਕਣ, ਮਤਲਬ ਇਹ ਚੱਲਦਾ ਹੋਵੇ ਤਾਂ ਇੱਕ ਮਿੰਟ ਵੀ ਘਰ 'ਚ ਇਹਦਾ ਪੈਰ ਨਾ ਲੱਗਦਾ ਹੋਵੇ। ਅਤੇ ਅੱਗੇ ਕੀ ਫਰਮਾਇਆ ਕਿ ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ। ਜਿਸ ਕਰਕੇ ਇਹਦੇ ਅੰਦਰ ਅੱਗ ਲੱਗੀ ਏ ਜਿਹੜੀ ਬੁਝਦੀ ਨਹੀਂ ਪਈ, ਉਹਦੇ ਸੇਕ ਜਿਸ ਤਰ੍ਹਾਂ ਬਹੁਤ ਅੱਗ ਦੇ ਲਾਗੇ ਕਿਤੇ ਹੋਈਏ ਤਾਂ ਸੇਕ ਪੈਂਦਾ, ਬੰਦਾ ਲਾਗੇ ਹੋ ਹੀ ਨਹੀਂ ਸਕਦਾ, ਪਿਛਾਂਹ ਦੌੜਦਾ ਹੈ। ਅਤੇ ਇਸੇ ਤਰ੍ਹਾਂ ਜਦੋਂ ਘਰੋਂ ਬਾਹਰੋਂ ਹਰ ਪਾਸੋਂ ਸੇਕ ਲੱਗ ਰਿਹਾ ਹੋਵੇ, ਇਹਨੂੰ ਕਿਤੇ ਟਿਕਾਉ ਨਾ ਹੋਵੇ, ਅਤੇ ਉਹਨਾਂ ਨੇ ਫਰਮਾਇਆ ਕਿ ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਵੇ। ਕਹਿੰਦੇ ਇਹਨੂੰ ਠੰਡ ਪੈ ਜਾਏਗੀ ਜਦੋਂ ਇਹਦੇ ਅੰਦਰ ਉਹ ਗੁਰੂ ਨੇ ਡੇਰਾ ਲਾ ਲਿਆ, ਜਦੋਂ ਉਹ ਗੁਰੂ ਦੇ ਅੰਦਰ ਆ ਗਿਆ। ਅਤੇ ਬਈ ਹਰ ਚੀਜ਼ ਜਿਹੜੀ ਹੈ ਇਹਦੀ ਅਗਨੀ ਜਿਹੜੀ ਕਿਸੇ ਵੀ ਪ੍ਰਕਾਰ ਦੀ ਹੋਵੇ, ਚਾਹੇ ਉਹ ਕਾਮ ਦੀ ਹੈ, ਕ੍ਰੋਧ ਦੀ ਹੈ, ਲੋਭ ਦੀ ਹੈ, ਹੰਕਾਰ ਦੀ ਹੈ, ਕੋਈ ਵੀ ਤਰ੍ਹਾਂ ਦੀ ਅਗਨੀ ਹੈ, ਉਹ ਕਹਿੰਦੇ ਕਿ ਉਸੇ ਵੇਲੇ ਹੀ ਜਿਹੜੀ ਸ਼ਾਂਤੀ ਇਹਨੂੰ ਆ ਜਾਵੇਗੀ। ਹਾਂਜੀ ਅੱਗੇ ਬੇਟੇ। ਕਾਮ ਕਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਉਨ ਅਗ ਕੀਏ ਹੋਆ ਅਸਰ ਸੰਗਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਤਰਿਆ ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ। ਹਾਂਜੀ ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ ਖਟੂ ਕਰਮਾ ਤੇ ਦੁਗਨੇ ਪੂਜਾ ਕਰਤਾ ਨਾਈ ਰੰਗ ਨਾ ਲਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਲਿਹਾਜ਼ ਕਿਸੇ ਦਾ ਵੀ ਨਹੀਂ ਕਰਦੇ, ਕਿਉਂਕਿ ਸਤਿਗੁਰਾਂ ਨੇ ਕਈ ਵਾਰ ਵਚਨ ਫਰਮਾਏ ਕਿ ਸੱਚ ਜਿਹੜੇ ਨੇ ਉਹ ਸੰਤ ਹੀ ਕਹਿ ਸਕਦੇ ਨੇ, ਕਿਸੇ 'ਚ ਇੰਨੀ ਪਾਵਰ ਨਹੀਂ ਹੈ ਕੋਈ ਸੱਚ ਬੋਲ ਸਕੇ। ਬੜੇ ਬੜੇ ਰਾਜੇ ਮਹਾਰਾਜੇ ਬੜੇ ਬੜੇ ਕਹਿੰਦੇ ਕਮਾਉਂਦੇ ਵੀ ਉਹ ਗੱਲ ਉਹੀ ਕਰਨਗੇ ਜਿਹੜੀ ਲੋਕਾਂ ਨੂੰ ਪਸੰਦ ਆਉਂਦੀ ਹੋਵੇ। ਉਹੀ ਚੀਜ਼ ਉੱਥੇ ਹੁੰਦੀ ਹੈ ਕਿ ਲੋਕਾਂ ਦੀ ਖੁਸ਼ੀ ਵਾਸਤੇ ਉਹੋ ਜਿਹੀ ਗੱਲ ਕਿ ਜਿਹੜੀ ਲੋਕ ਪਸੰਦ ਕਰਨ ਬੱਲੇ ਬੱਲੇ ਹੋਵੇ, ਉਹ ਚੀਜ਼ਾਂ ਖੁਸ਼ ਹੋ ਕੇ ਨਾਲ ਉਹੀ ਗੱਲਾਂ ਹੁੰਦੀਆਂ ਨੇ। ਪਰ ਸੰਤ ਕਿਸੇ ਦਾ ਲਿਹਾਜ਼ ਨਹੀਂ, ਕਿਉਂਕਿ ਸੱਚੇ ਮਾਤਾ ਪਿਤਾ ਨੇ ਜਿਨ੍ਹਾਂ ਨੂੰ ਪੂਰਾ ਹਿੱਤ ਹੈ। ਜਿਸ ਤਰ੍ਹਾਂ ਬੱਚਾ ਇੱਕ ਛੋਟਾ ਹੁੰਦਾ ਹੈ, ਛੋਟੇ ਬੱਚੇ ਨੂੰ ਕੋਈ ਬਿਮਾਰੀ ਲੱਗ ਜਾਵੇ, ਕੋਈ ਐਸਾ ਕੋਈ ਰੋਗ ਆ ਜਾਵੇ, ਕੋਈ ਗਲਾ ਖਰਾਬ, ਪੇਟ ਦਰਦ, ਉਹ ਡਾਕਟਰ ਕੋਲ ਜਾਂਦੇ, ਡਾਕਟਰ ਕਹਿੰਦਾ ਹੈ ਕਿ ਬਈ ਇਹਨੂੰ ਆਹ ਜਿਹੜੀ ਚੀਜ਼ ਨਹੀਂ ਦੇਣੀ, ਨਹੀਂ ਤਾਂ ਇਹਦੇ ਨਾਲ ਰੋਗ ਹੋਰ ਵਧੇਗਾ। ਮੰਨ ਲਓ ਉਹਨੇ ਕੋਈ ਬਾਜ਼ਾਰ ਦੀ ਕੋਈ ਚੀਜ਼ ਐਸੀ ਬੰਦ ਕਰ ਦਿੱਤੀ ਹੈ ਕਿ ਜਿਹੜੀ ਵੀ ਆਹ ਚੀਜ਼ ਨਹੀਂ ਦੇਣੀ ਅਤੇ ਇਹ ਇਹਦੇ ਨਾਲ ਰੋਗ ਵਧੇਗਾ, ਤਕਲੀਫ ਵਧੇਗੀ। ਹੁਣ ਮਾਂ ਪਿਓ ਤੇ ਹਿੱਤ ਤਾਂ ਉਹਨਾਂ ਨੂੰ ਪੂਰਾ ਹੈ,
ਇਸ ਕਰਕੇ ਜਦੋਂ ਉਹ ਬੱਚਾ ਜਿੱਦ ਕਰਦਾ, ਕਈ ਵਾਰੀ ਉਸੇ ਚੀਜ਼ ਦੀ ਹੀ ਜਿੱਦ ਕਰਦਾ ਹੈ ਕਿ ਮੈਂ ਇਹੋ ਹੀ ਚੀਜ਼ ਖਾਣੀ ਹੈ, ਮਾਂ ਪਿਓ ਕਹਿੰਦੇ ਨਹੀਂ। ਲੇਕਿਨ ਕਈ ਵਾਰ ਕੋਈ ਵੀ, ਜਿਸ ਤਰ੍ਹਾਂ ਇੱਕ ਮਾਂ ਪਿਓ ਤੋਂ ਇਲਾਵਾ ਕੋਈ, ਜੇ ਉਹਦੇ ਚਾਚੇ ਤਾਏ ਕੋਈ ਵੀ ਹੋਈ, ਉਹ ਕੀ ਕਹਿਣਗੇ, ਕੋਈ ਗੱਲ ਨਹੀਂ, ਬੱਚਾ ਰੋਂਦਾ ਪਿਆ ਤੂੰ ਦੇ ਦੇ ਲੈ ਕੇ, ਫਿਰ ਕੀ ਹੋਇਆ, ਦੇ ਦੇ, ਕੋਈ ਗੱਲ ਨਹੀਂ। ਬੱਚੇ ਨੂੰ ਲੱਗਦਾ ਹੈ ਕਿ ਦੇਖੋ ਮਾਂ ਪਿਓ ਤਾਂ ਮੇਰੇ ਨਾਲ ਹਿੱਤ ਹੀ ਨਹੀਂ ਕਰਦੇ, ਕਦੋਂ ਦਾ ਰੋਂਦਾ ਪਿਆ ਵਾਂ, ਕਈ ਕੁਛ ਮੇਰਾ ਕਹਿਣਾ ਨਹੀਂ, ਤੇ ਆਹ ਕਹਿੰਦੇ ਪਏ ਨੇ, ਇਹ ਮੇਰੇ ਹਿੱਤ ਵਾਲੇ ਨੇ। ਪਰ ਮਾਤਾ ਪਿਤਾ ਨੂੰ ਜੋ ਹਿੱਤ ਆ, ਉਹ ਕਿਸੇ ਨੂੰ ਵੀ ਕੋਈ ਹਿੱਤ ਨਹੀਂ ਹੈਗਾ। ਇਸ ਕਰਕੇ ਉਹ ਸੱਚ ਕਹਿੰਦੇ ਨੇ, ਉਹ ਕਹਿ ਦਿੰਦੇ ਨੇ ਕਿ ਕਾਕਾ ਆਹ ਕੰਮ ਕਰੇਗਾ ਤੇ ਦੇਖ ਇੰਜੈਕਸ਼ਨ ਲੱਗਣਗੇ, ਆਹ ਕੰਮ ਕਰੇਗਾ ਤੇ ਬਈ ਕੌੜੀ ਦਵਾਈ ਖਾਣੀ ਪਏਗੀ, ਫਿਰ ਉਹ ਸਾਫ਼ ਹੀ ਦੱਸ ਦਿੰਦੇ ਨੇ। ਦੂਸਰਾ ਕਹੇਗਾ ਚੱਲ ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਫੜੋ ਫੜੋ, ਕੁਛ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਸਾਨੂੰ, ਜਿਸ ਤਰ੍ਹਾਂ ਪਿੱਛੇ ਉਹਨਾਂ ਨੇ ਸਾਰਿਆਂ ਦਾ ਆਇਆ ਕਿ ਬਈ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲਾਗੇ ਨਾ ਤੱਤੀ ਵਾਓ, ਚਿੱਤ ਆਵੇ ਉਸ ਪਾਰ ਬ੍ਰਹਮ ਨਿਚਲ ਹੋਵੇ ਰਾਜ, ਸਾਰੀ ਉਸ ਦੀ ਸ਼ੋਭਾ ਕਰਕੇ ਚਿੱਤ ਆਉਣ ਦੀ। ਹੁਣ ਅੱਗੇ ਕੀ ਫਰਮਾਇਆ ਹੈ, ਇਹਨੇ ਫਰਮਾਇਆ ਕਿ ਸ਼ਾਸਤਰ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ, ਤਪੇ ਤਪੀਸ਼ਰ ਜੋਗੀਆ ਤੀਰਥ ਗਵਨ ਕਰੇ, ਖੱਟ ਕਰਮਾ ਤੇ ਦੁੱਗਣੇ ਪੂਜਾ ਕਰਤਾ ਨਾਏ, ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਖੋਲ੍ਹ ਕੇ ਦੱਸ ਦਿੱਤਾ ਕਿ ਬਈ ਕਿਸੇ ਚੀਜ਼ ਦਾ ਇਹ ਅਸੀਂ ਪੂਜਾ ਪਾਠ ਕਰਦੇ ਕਾਹਦੇ ਵਾਸਤੇ ਆ, ਤੀਰਥ ਇਸ਼ਨਾਨ ਕਰਦੇ ਕਾਹਦੇ ਵਾਸਤੇ ਆ, ਜਿੰਨੇ ਵੀ ਚਿੰਨ੍ਹ ਅਸੀਂ ਧਾਰਨ ਕਰਦੇ ਹਾਂ ਕਿਹਦੀ ਯਾਦ ਵਾਸਤੇ ਅਸੀਂ ਕਰਦੇ ਹਾਂ। ਸਭ ਕੁਝ ਕਰ ਲਈਏ, ਤੀਰਥਾਂ ਦੇ ਉੱਤੇ ਨਹਾਉਣਾ ਤੇ ਛੱਡਿਆ, ਤੀਰਥਾਂ ਦੇ ਉੱਤੇ ਘਰ ਬਣਾ ਲਈਏ, ਮਾਲਾ ਇੱਕ ਦੀ ਛੱਡ ਕੇ 10 ਮਾਲਾ ਅਸੀਂ ਪਾ ਲਈਏ, ਤਿਲਕ ਲਗਾ ਲਈਏ, ਜੋ ਮਰਜ਼ੀ ਕਰ ਲਈਏ। ਪਰ ਉਹਨੇ ਕਿਹਾ ਕਿ ਕਰਦੇ ਕਾਹਦੇ ਵਾਸਤੇ ਪਏ ਆ, ਕਰਦੇ ਤੇ ਪਏ ਇਸੇ ਵਾਸਤੇ ਹੀ ਕਿ ਉਸ ਪਰਮੇਸ਼ਵਰ ਨਾਲ, ਉਸ ਪਾਰ ਬ੍ਰਹਮ ਨਾਲ ਸਾਡੀ ਇੱਕਮਿਕ ਹੋ ਜਾਈਏ, ਉਹਦੇ ਬਾਰੇ ਕੋਈ ਪਤਾ ਲੱਗ ਜਾਏ, ਉਹਦੇ ਗੁਣ ਜਿਹੜੇ ਆ ਸਾਡੇ ਅੰਦਰ ਆ ਜਾਣ ਕਿ ਅਸੀਂ ਉਹਦੇ ਬੱਚੇ ਹਾਂ। ਲੇਕਿਨ ਸਭ ਕੁਛ ਕਰਕੇ ਜੇ ਮਨ ਦੇ ਵਿੱਚ ਕਾਮ ਕ੍ਰੋਧ ਗੁੱਸਾ ਹੰਕਾਰ ਸਭ ਕੁਛ ਓਨਾ ਹੀ ਆ, ਇਹਨੂੰ ਕੋਈ ਉਸ ਪਰਮੇਸ਼ਵਰ ਦਾ ਡਰ ਨਹੀਂ ਹੈਗਾ, ਇਹ ਆਪ ਤਾਂ ਧੋਖਾ ਆਪਣੇ ਆਪ ਨੂੰ ਦੇ ਹੀ ਰਿਹਾ, ਲੋਕਾਂ ਨੂੰ ਵੀ ਧੋਖਾ ਦੇ ਰਿਹਾ, ਕਰ ਰਿਹਾ ਹੈ, ਤੇ ਵੀ ਉਹਦਾ ਫਾਇਦਾ ਕੀ ਹੋਏਗਾ, ਕੋਈ ਨਹੀਂ ਹੋਏਗਾ। ਕਿਉਂਕਿ ਲੋਕਾਂ ਨੂੰ ਤਾਂ ਧੋਖਾ ਦੇ ਲਾਂਗੇ ਅਸੀਂ, ਬਾਹਰ ਤਾਂ ਅਸੀਂ ਕਹਿ ਦੇਵਾਂਗੇ, ਲੋਕੀ ਸਾਡਾ ਬਾਹਰ ਦਾ ਵੇਖ ਕੇ ਕਹਿ ਦੇਣਗੇ ਕਿ ਬੱਲੇ ਬੱਲੇ ਕਿਆ ਬਾਤ ਹੈ ਬੜੇ ਸੰਤ ਜੀ, ਪਰ ਅੰਦਰ ਉਹ ਗੱਲ ਨਾ ਬਣੀ ਤੇ ਕਹਿੰਦੇ ਕਿ ਕੋਈ ਫਾਇਦਾ ਕੋਈ ਨਹੀਂ ਹੋਣਾ ਇਸ ਚੀਜ਼ ਦਾ। ਇਸ ਕਰਕੇ ਸਾਫ਼ ਫਰਮਾਇਆ ਕਿ ਬਈ ਸ਼ਾਸਤਰ ਸਿਮਰਤ, ਜਿੰਨੇ ਮਰਜ਼ੀ ਵੇਦ ਕਤੇਬ ਜਿਹੜੇ ਆ, ਕਹਿੰਦੇ ਇਹਨੂੰ ਮੂੰਹ ਜ਼ਬਾਨੀ ਯਾਦ ਹੋਣ ਭਾਵੇਂ। ਅੱਗੇ ਲਿਖਿਆ ਤਪੇ ਤਪੀਸ਼ਵਰ ਜੋਗੀਆ ਤੀਰਥ ਗਵਨੇ, ਬੜੇ ਬੜੇ ਤਪ ਕਰਦਾ ਹੋਵੇ, ਕਈ ਤਰ੍ਹਾਂ ਦੇ ਜਿਹੜੇ ਉਹਨੇ ਕਿਹਾ ਕਿ ਖੱਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਹਾਏ, ਕਈ ਲੋਕ ਇੱਕ ਵਾਰ ਲਾਉਂਦੇ, ਭਾਵੇਂ 5-5 ਵਾਰੀ ਇਸ਼ਨਾਨ ਕਰਦਾ ਹੋਵੇ, ਬੜੀ ਬੜੀ ਧੂਣੀਆਂ ਲਾ ਕੇ ਬੈਠਾ ਰਹਿੰਦਾ ਹੋਵੇ, ਪਰ ਉਹਨੇ ਕਿਹਾ ਕਿ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਕਹਿੰਦੇ ਸੱਪ ਦੀ ਜੂਨੀ 'ਚ ਪਏਗਾ, ਨਰਕਾਂ 'ਚ ਇਹਨੂੰ ਥਾਂ ਨਹੀਂ ਮਿਲੇਗਾ ਜੇ ਇਹਨੂੰ ਉਸ ਪਰਮੇਸ਼ਵਰ ਦੇ ਨਾਲ ਇਹਦਾ ਪਿਆਰ ਨਾ ਬਣਿਆ। ਕਿਉਂਕਿ ਕੱਢਣ ਵਾਲੀ ਉਹੀ ਇੱਕ ਚੀਜ਼ ਹੈ, ਹੋਰ ਕੋਈ ਵੀ ਇੱਥੋਂ ਦੀ ਦੁਨੀਆ ਦਾ ਕੋਈ ਵੀ ਐਸਾ ਕੋਈ ਬਲ ਨਹੀਂ ਹੈਗਾ ਜਿਹੜਾ ਸਾਨੂੰ ਭਵ ਸਾਗਰ ਤੋਂ ਪਾਰ ਕਰਾ ਲਵੇ। ਇਹ ਰਿਸ਼ਤੇ ਨਾਤੇ ਪੈਸਾ ਗਿਆਨ, ਭਾਵੇਂ ਜਿਸ ਤਰ੍ਹਾਂ ਮੂੰਹ ਜ਼ਬਾਨੀ ਅਸੀਂ ਭਾਵੇਂ ਸਭ ਕੁਛ ਸਾਨੂੰ ਰਟਿਆ ਹੋਵੇ, ਅਸੀਂ ਦੇਖਦੇ ਹਾਂ ਅੱਜ ਕੱਲ੍ਹ ਛੋਟੀ ਜਿਹੀ ਇੱਕ ਚਿੱਪ ਹੁੰਦੀ ਹੈ, ਇਹ ਜੀ ਇੰਨੇ GB ਦੀ ਹੈ, ਉਹਦੇ 'ਚ ਪਤਾ ਨਹੀਂ ਕਿੰਨੇ ਕਿੰਨੇ ਭਾਵੇਂ ਤੁਸੀਂ ਗ੍ਰੰਥ ਉਹਦੇ ਵਿੱਚ ਕਰ ਲਓ, ਡਾਊਨਲੋਡ ਕਰ ਲਓ। ਹੁਣ ਇਹਦੇ ਨਾਲ ਕੀ ਉਹਦਾ ਪਾਰ ਉਤਾਰਾ ਹੋ ਗਿਆ, ਉਹਦੇ ਨਾਲ ਨਹੀਂ ਕੁਛ ਫਰਕ ਬਣਨਾ। ਇਸ ਲਈ ਉਹਨਾਂ ਨੇ ਫਰਮਾਇਆ ਕਿ ਬਈ ਜੇ ਉਹ ਜਿਹੜਾ ਰੰਗ ਨਾ ਲੱਗਾ ਜਿਹੜਾ ਸਤਿਗੁਰੂ ਸਾਨੂੰ ਲਗਾਉਣਾ ਚਾਹੁੰਦੇ ਨੇ, ਜੇ ਉਹ ਨਾ ਗੱਲ ਬਣੀ ਤੇ ਬਈ ਇਹਦਾ ਬਾਕੀ ਕੀਤੀਆਂ ਚੀਜ਼ਾਂ ਸਾਰੀਆਂ ਵਿਅਰਥ ਨੇ। ਜਿਸ ਤਰ੍ਹਾਂ ਬਾਕੀ ਥਾਵਾਂ 'ਤੇ ਉਹਨਾਂ ਨੇ ਫਰਮਾਇਆ ਕਿ ਅਵਰ ਕਾਮ, ਜਿਹੜਾ ਕੋਈ ਵੀ ਚੀਜ਼ਾਂ ਜਿਹੜੀਆਂ ਨੇ ਕਿਸੇ ਨਹੀਂ ਕਾਮ, ਅਵਰ ਕਾਮ ਸਗਲੀ ਉਹਨੇ ਕਿਹਾ ਕਿ ਹਰ ਕਰਤੂਤ ਜਿਹੜੀ ਹੈ ਸਗਲੀ ਜਮਡਾਨੇ, ਗੋਬਿੰਦ ਭਜਨ ਬਿਨ ਤਿਲ ਨਾ ਮਾਨੇ। ਜਿਹੜੀ ਉਹ ਚੀਜ਼ ਆ, ਅਸੀਂ ਜੋ ਮਰਜ਼ੀ ਕਰੀਏ, ਬਾਹਰ ਦੀਆਂ ਚੀਜ਼ਾਂ ਸਾਰੀਆਂ ਸਾਨੂੰ ਇੱਕ ਸਹਾਇਤਾ ਦੇਣ ਵਾਸਤੇ ਆ, ਪਰ ਜੇ ਅਸੀਂ ਉੱਥੋਂ ਤੱਕ ਪਹੁੰਚੇ ਹੀ ਨਾ, ਅਸੀਂ ਪਹੁੰਚੇ ਹੀ ਨਾ, ਤੇ ਬਾਕੀ ਚੀਜ਼ਾਂ ਦਾ ਫਾਇਦਾ ਕੀ ਹੋਏਗਾ। ਅਸੀਂ ਪੌੜੀ ਚੜ੍ਹ ਕੇ ਕੋਠੇ 'ਤੇ ਚਲੇ ਜਾਈਏ, ਲਿਫਟ ਰਾਹੀਂ ਚੜ੍ਹ ਜਾਈਏ, ਰੱਸਾ ਬੰਨ੍ਹ ਕੇ ਉੱਤੇ ਚੜ੍ਹ ਜਾਈਏ, ਗੱਲ ਤਾਂ ਹੈਗਾ ਸੀ ਉੱਪਰ ਜਾਣ ਨਾਲ, ਛੱਤ ਦੇ ਉੱਤੇ ਜਿੱਦਾਂ ਥੱਲੇ ਜਿਹੜੀ ਮਰਜ਼ੀ ਚੀਜ਼ ਹੋਵੇ, ਲੇਕਿਨ ਅਸੀਂ ਮਾਣ ਕਰੀ ਜਾਈਏ ਅਸੀਂ ਤਾਂ ਲਿਫਟ 'ਚ ਆਏ ਹਾਂ,
ਮੰਨ ਲਓ ਲਿਫਟ ਹੀ ਅਸੀਂ ਜਾਣਾ ਹੈਗਾ ਜੀ 5ਵੀਂ ਮੰਜ਼ਿਲ ਤੇ 4 ਮੰਜ਼ਿਲਾਂ 'ਤੇ ਜਾ ਕੇ ਲਿਫਟ ਖਰਾਬ ਹੋ ਗਈ, ਤੇ ਉਹਦੇ ਨਾਲ ਕੀ ਹੋਇਆ? ਭਾਵੇਂ ਕੋਈ ਪੌੜੀਆਂ ਚੜ੍ਹ ਕੇ 5ਵੀਂ ਮੰਜ਼ਿਲ 'ਤੇ ਪਹੁੰਚ ਗਿਆ ਵਾ, ਉਹ ਸ਼੍ਰੇਸ਼ਟ ਆ ਕਿ ਭਾਵੇਂ ਪੌੜੀਆਂ ਚੜ੍ਹ ਕੇ ਆਇਆ, ਚੜ੍ਹ ਤੇ ਗਿਆ ਨਾ ਉੱਚੇ ਵੀ। ਤੇ ਜੇ 4 ਮੰਜ਼ਿਲਾਂ ਲਿਫਟ ਨਾਲ ਤੈਅ ਕਰ ਵੀ ਲਈਆਂ, ਪਰ ਉੱਥੇ ਗੱਲ ਨਾ ਬਣੀ, ਅੱਗੇ ਅੱਗੇ ਕੋਈ ਨਾ ਉਹ ਬਣਿਆ ਕੰਮ, ਤੇ ਬਈ ਫਿਰ ਕੰਮ ਖਰਾਬ ਹੈ। ਇਸ ਕਰਕੇ ਕਿਸੇ ਤਰੀਕੇ ਨਾਲ ਵੀ, ਕਈ ਵਾਰੀ ਕਈ ਪੁੱਛਣਗੇ ਕੀ ਕਰੀ, ਜਿਸ ਤਰ੍ਹਾਂ ਮਰਜ਼ੀ। ਗੁਰਮਾ ਨੇ ਇੱਕ ਨੂੰ ਫਰਮਾਇਆ ਸੀ, ਕਿਸੇ ਨੇ ਹੁਣ ਵੀ ਕਈ ਵਾਰ ਹੁੰਦਾ ਕਿ ਅਸੀਂ ਆਹ ਕਰ ਲਈਏ, ਅਸੀਂ ਉਹ ਕਰ ਲਈਏ, ਇਸੇ ਤਰ੍ਹਾਂ ਹੀ ਹਮੇਸ਼ਾ ਤੋਂ ਹੀ ਚੱਲਦਾ ਆ। ਸਤਿਗੁਰਾਂ ਨੇ ਫਰਮਾਇਆ ਕਿ ਬਈ ਮੰਨ ਲੈ, ਕਿਸੇ ਨੂੰ ਵੀ ਮੰਨ ਲੈ। ਮੰਨਣ ਦਾ ਮਤਲਬ ਕਿ ਪਤਾ ਲੱਗ ਜਾਵੇ ਕਿ ਉਸ ਪ੍ਰਭੂ ਦੇ ਗੁਣ ਹੈ ਕੀ ਨੇ, ਉਸ ਪ੍ਰਭੂ ਨੂੰ ਪਾਉਣਾ ਕਿੱਦਾਂ ਹੈ। ਰਸਤਾ ਜਿਹੜਾ ਹੈ ਉਹਦਾ ਕੋਈ ਵੱਡੀ ਗੱਲ ਨਹੀਂ। ਹਾਂ, ਜਦੋਂ ਇਹਨੂੰ ਆਪੇ ਸਮਝ ਲੱਗੇਗੀ ਚੀਜ਼ ਨਹੀਂ ਉਹਨੂੰ ਹੋਏਗੀ, ਤਾਂ ਆਪਣੇ ਆਪ ਹੀ ਕੋਈ ਰਸਤਾ ਹੋਰ ਦੇਖ ਲਏਗਾ। ਪਰ ਇਹ ਕੋਈ ਇੱਕ ਕਲਾਸ ਪਹਿਲਾਂ ਪੜ੍ਹ ਤਾਂ ਲਵੇ, ਕਿ ਜੇ ਭਾਵੇਂ ਕੋਈ ਪਹਿਲੀ ਕਲਾਸ 'ਚ ਆ, ਭਾਵੇਂ 5ਵੀਂ 'ਚ ਆ, ਭਾਵੇਂ 7ਵੀਂ 'ਚ ਆ, ਕੋਈ 'ਚ ਵੀ ਆ, ਜੇ ਆਪਣੀ ਕਲਾਸ ਦਾ ਸਿਲੇਬਸ ਨਹੀਂ ਕਰ ਰਿਹਾ ਉਹ, ਤਾਂ ਉਹ ਅੱਗੇ ਨਹੀਂ ਜਾ ਸਕਦਾ। ਆਪਣੀ ਕਲਾਸ ਜਿਹੜੀ ਕਲਾਸ 'ਚ ਹੈਗਾ ਆ, ਚਾਹੇ ਕੋਈ ਤੀਰਥਾਂ 'ਤੇ ਜਾ ਰਿਹਾ, ਚਾਹੇ ਕੋਈ ਕਬਰਾਂ ਨੂੰ ਮੰਨ ਰਿਹਾ, ਚਾਹੇ ਕੋਈ ਕਿਸੇ ਨੂੰ ਵੀ ਆ, ਉਹ ਕਰੇ ਤਾਂ ਸਹੀ, ਪੂਰਾ ਕਰੇਗਾ। ਉਹਨੂੰ ਜੇ ਖੋਜ ਹੋਏਗੀ ਉਹਦੇ ਅੰਦਰ ਕਿ ਮੈਂ ਉਸ ਪਰਮੇਸ਼ਵਰ ਨੂੰ ਮਿਲਣਾ ਹੈ, ਅਤੇ ਬਈ ਆਪਣੇ ਆਪ ਹੀ ਉਹਨੂੰ ਪਤਾ ਲੱਗ ਜਾਏਗਾ ਕਿ ਆਹ ਕੰਮ ਹੋ ਗਿਆ ਇਹ ਤੋਂ, ਨਹੀਂ ਤਾਂ ਹੁਣ ਮੈਂ ਅੱਗੇ ਚੱਲਣਾ ਇੱਥੇ। ਪਰ ਜੇ ਪੂਰਾ ਹੀ ਨਹੀਂ ਕਰਦਾ, ਤਾਂ ਫਿਰ ਉਹ ਗੱਲ ਕਿੱਦਾਂ ਬਣੇਗੀ। ਅਤੇ ਸ਼ਬਦ 'ਤੇ ਕਾਫੀ ਵੱਡਾ ਟਾਈਮ ਹੋ ਰਿਹਾ ਹੈ। ਗੁਰਮਤਿ ਦਇਆ ਕਿਰਪਾ ਕਰਨ। ਸਤਸੰਗ ਅਸੀਂ ਪਹਿਲਾਂ ਵੀ ਬਹੁਤ ਸੁਣੇ ਨੇ, ਕਿਸੇ ਚੀਜ਼ ਦੀ ਮੈਂ ਪਹਿਲਾਂ ਕਿਹਾ ਕਿ ਕੋਈ ਐਸੀ ਘਾਟ ਨਹੀਂ ਹੈ, ਹਰ ਚੀਜ਼ ਦਾ ਸਤਿਗੁਰਾਂ ਨੇ ਸੋਝੀ ਬਖਸ਼ੀ ਹੈ। ਸਤਿਗੁਰ ਦਇਆ ਕਿਰਪਾ ਕਰਨ, ਮੰਨਣ ਦਾ ਬਲ ਬਖਸ਼ਣ। ਜੋ ਸਾਡਾ ਅੰਦਰ ਦੇ ਜਿਹੜੇ ਰੋਗ ਨੇ, ਚਾਹੇ ਉਹਨੂੰ ਵੈਰ, ਈਰਖਾ, ਹੰਕਾਰ, ਕੋਈ ਚੀਜ਼ਾਂ ਜਿਨ੍ਹਾਂ ਨੇ ਸਾਨੂੰ ਡੱਕਿਆ ਪਿਆ ਹੈ, ਉੱਥੋਂ ਤੱਕ ਪਹੁੰਚਣ ਤੋਂ ਸਾਨੂੰ ਰੋਕ ਰਹੇ ਨੇ, ਉਹਨਾਂ ਚੀਜ਼ਾਂ ਦਾ ਸਤਿਗੁਰ ਦਇਆ ਕਰਨ, ਛੁਟਕਾਰਾ ਕਰਨ ਉਹਨਾਂ ਤੋਂ, ਅਤੇ ਅਸੀਂ ਅੱਗੇ ਵੱਧ ਕੇ ਸਤਿਗੁਰਾਂ ਦਾ ਹੱਥ ਫੜ ਕੇ ਅਸੀਂ ਉਹਨਾਂ ਦੇ ਨਾਲ ਚੱਲ ਸਕੀਏ। ਆਪਣਾ ਮਨ ਮੱਤ ਜਿਹੜੀ ਹੈ ਉਹਨੂੰ ਛੱਡੀਏ, ਅਤੇ ਬਈ ਗੁਰਮਤਿ ਲੈ ਕੇ ਅਤੇ ਉਸ ਗੁਰੂ ਵਾਲੇ ਪਾਸੇ ਨੂੰ ਅੱਗੇ ਵੱਧ ਸਕੀਏ। ਸਤਿਗੁਰ ਦਇਆ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਮਨਜ਼ੂਰ ਕਰਨ, ਸਭ ਨੂੰ ਸੇਵਾ ਦਾ ਬਲ ਬਖਸ਼ਣ, ਪਿਆਰ ਭਰੋਸਾ ਬਖਸ਼ਣ। ਰਾਧਾ ਸੁਆਮੀ ਜੀ, ਰਾਧਾ ਸੁਆਮੀ ਜੀ।